आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 261। ਉਹਨਾਂ ਦੇ ਨਾਮ ਵੀ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਹੀ ਰੱਖਦਾ ਹੈ। ਜੋ ਬ੍ਰਹਮ ਦਾ ਪੁੱਤਰ ਬ੍ਰਹਮਾ ਹੈ, ਉਹ ਇੱਕ ਬ੍ਰਹਿਮੰਡ ਵਿੱਚ ਕੇਵਲ 3 ਲੋਕਾਂ ਯਾਨੀ ਪ੍ਰਿਥਵੀ ਲੋਕ, ਸਵਰਗ ਲੋਕ ਅਤੇ ਪਾਤਾਲ ਲੋਕ ਵਿੱਚ ਇੱਕ ਰਜੋਗੁਣ ਵਿਭਾਗ ਦਾ ਮੰਤਰੀ ਯਾਨੀ ਸਵਾਮੀ ਹੈ। ਇਸ ਨੂੰ ਤਿਰਲੋਕੀਏ ਬ੍ਰਹਮਾ ਕਿਹਾ ਜਾਂਦਾ ਹੈ ਅਤੇ ਬ੍ਰਹਮ ਜੋ ਬ੍ਰਹਮਲੋਕ ਵਿੱਚ ਬ੍ਰਹਮਾ ਰੂਪ ਵਿੱਚ ਰਹਿੰਦਾ ਹੈ, ਉਸ ਨੂੰ ਮਹਾਬ੍ਰਹਮਾ ਅਤੇ ਬ੍ਰਹਮਲੋਕੀਏ ਬ੍ਰਹਮਾਨ ਕਿਹਾ ਜਾਂਦਾ ਹੈ। ਇਸ ਬ੍ਰਹਮ ਯਾਨੀ ਕਾਲ ਨੂੰ ਸਦਾਸ਼ਿਵ, ਮਹਾਨ ਸ਼ਿਵ, ਮਹਾਵਿਸ਼ਨੂੰ ਵੀ ਕਿਹਾ ਜਾਂਦਾ ਹੈ। ਸ੍ਰੀ ਵਿਸ਼ਨੂੰ ਪੁਰਾਣ ਵਿੱਚ ਪ੍ਰਮਾਣ ਚਤੁਰਥ ਅੰਸ਼ ਅਧਿਆਇ 1 ਪੰਨਾ ਨੰਬਰ 230 ਅਤੇ 231 ਉੱਪਰ ਸ੍ਰੀ ਬ੍ਰਹਮਾ ਜੀ ਨੇ ਕਿਹਾ, ਜਿਸ ਅਜਨਮਾ ਸਰਵਮਈ ਵਿਦਾਤਾ ਪਰਮੇਸ਼ਵਰ ਦਾ ਆਦਿ ਮੱਧ ਅੰਤ ਸਵਰੂਪ ਸੁਭਾਅ ਅਤੇ ਸਾਰ ਅਸੀਂ ਨਹੀਂ ਜਾਣ ਪਾਉਂਦੇ। ਸ਼ਲੋਕ 83। ਜੋ ਮੇਰਾ ਰੂਪ ਧਾਰਨ ਕਰਕੇ ਸੰਸਾਰ ਦੀ ਰਚਨਾ ਕਰਦਾ ਹੈ, ਸਥਿਤੀ ਦੇ ਸਮੇਂ ਜੋ ਪੁਰਸ਼ ਰੂਪ ਹੈ ਅਤੇ ਜੋ ਰੁਦਰ ਰੂਪ ਨਾਲ ਵਿਸ਼ਵ ਨੂੰ ਗ੍ਰਾਸ ਕਰ ਜਾਂਦਾ ਹੈ, ਅਨੰਤ ਰੂਪ ਤੋਂ ਸੰਪੂਰਨ ਜਗਤ ਨੂੰ ਧਾਰਨ ਕਰਦਾ ਹੈ। ਸ਼ਲੋਕ 86। ਸ੍ਰੀ ਬ੍ਰਹਮਾ ਜੀ, ਸ੍ਰੀ ਵਿਸ਼ਨੂੰ ਜੀ ਅਤੇ ਸ੍ਰੀ ਸ਼ਿਵ ਜੀ ਦੀ ਉਤਪੱਤੀ। ਕਾਲ ਯਾਨੀ ਬ੍ਰਹਮ ਨੇ ਪ੍ਰਕਿਰਤੀ ਯਾਨੀ ਦੁਰਗਾ ਨੂੰ ਕਿਹਾ ਕਿ ਹੁਣ ਮੇਰਾ ਕੌਣ ਕੀ ਵਿਗਾੜੇਗਾ, ਮਨਮਾਨੀ ਕਰੋਗਾ। ਪ੍ਰਕਿਰਤੀ ਨੇ ਫਿਰ ਪ੍ਰਾਰਥਨਾ ਕੀਤੀ ਕਿ ਆਪ ਕੁਝ ਸ਼ਰਮ ਕਰੋ, ਪਹਿਲਾਂ ਤਾਂ ਆਪ ਮੇਰੇ ਵੱਡੇ ਭਰਾ ਹੋ, ਕਿਉਂਕਿ ਉਸ ਕਬੀਰ ਪਰਮਾਤਮਾ ਯਾਨੀ ਕਬੀਰਦੇਵ ਦੀ ਬਚਨ ਸ਼ਕਤੀ ਨਾਲ ਆਪ ਦੀ ਯਾਨੀ ਬ੍ਰਹਮ ਦੀ ਅੰਡੇ ਤੋਂ ਉਤਪੱਤੀ ਹੋਈ ਹੈ ਅਤੇ ਬਾਅਦ ਵਿੱਚ ਮੇਰੀ ਉਤਪੱਤੀ ਉਸ ਹੀ ਪਰਮੇਸ਼ਵਰ ਦੇ ਬਚਨ ਨਾਲ ਹੋਈ ਹੈ। ਦੂਸਰਾ, ਮੈਂ ਆਪ ਦੇ ਪੇਟ ਵਿੱਚੋਂ ਬਾਹਰ ਨਿਕਲੀ ਹਾਂ, ਮੈਂ ਆਪ ਦੀ ਬੇਟੀ ਹੋਈ ਅਤੇ ਆਪ ਮੇਰੇ ਪਿਤਾ ਹੋਏ। ਇਹਨਾਂ ਪਵਿੱਤਰ ਰਿਸ਼ਤਿਆਂ ਵਿੱਚ ਵਿਗਾੜ ਕਰਨਾ ਮਹਾਂਪਾਪ ਹੋਵੇਗਾ। ਮੇਰੇ ਕੋਲ ਪਿਤਾ ਜੀ ਦੀ ਪ੍ਰਦਾਨ ਕੀਤੀ ਹੋਈ ਸ਼ਬਦ ਸ਼ਕਤੀ ਹੈ। ਜਿੰਨੇ ਪ੍ਰਾਣੀ ਆਪ ਕਹੋਗੇ ਮੈਂ ਬਚਨ ਨਾਲ ਉਤਪੰਨ ਕਰ ਦੇਵਾਂਗੀ। ਜੋਤੀ ਨਿਰੰਜਨ ਨੇ ਦੁਰਗਾ ਦੀ ਇੱਕ ਵੀ ਬਿਨੈ ਨਹੀਂ ਸੁਣੀ ਅਤੇ ਕਹੇ ਕਿ ਮੈਨੂੰ ਜੋ ਸਜ਼ਾ ਮਿਲਣੀ ਸੀ ਮਿਲ ਗਈ, ਮੈਨੂੰ ਸਤਲੋਕ ਤੋਂ ਨਿਸ਼ਕਾਸ਼ਿਤ ਕਰ ਦਿੱਤਾ, ਹੁਣ ਮੈਂ ਮਨਮਾਨੀ ਕਰੂੰਗਾ। ਇਹ ਕਹਿ ਕੇ ਕਾਲ ਪੁਰਸ਼ ਯਾਨੀ ਛਰ ਪੁਰਸ਼ ਨੇ ਪ੍ਰਕਿਰਤੀ ਦੇ ਨਾਲ ਜ਼ਬਰਦਸਤੀ ਸ਼ਾਦੀ ਕੀਤੀ ਅਤੇ 3 ਪੁੱਤਰਾਂ ਯਾਨੀ ਰਜੋਗੁਣ ਯੁਕਤ ਬ੍ਰਹਮਾ ਜੀ, ਸਤੋਗੁਣ ਯੁਕਤ ਵਿਸ਼ਨੂੰ ਜੀ ਅਤੇ ਤਮੋਗੁਣ ਯੁਕਤ ਸ਼ਿਵ ਸ਼ੰਕਰ ਜੀ ਦੀ ਉਤਪੱਤੀ ਕੀਤੀ। ਜਵਾਨ ਹੋਣ ਤੱਕ ਤਿੰਨਾਂ ਪੁੱਤਰਾਂ ਨੂੰ ਦੁਰਗਾ ਦੇ ਦੁਆਰਾ ਆਚੇਤ ਕਰਾ ਦਿੰਦਾ ਹੈ। ਜਵਾਨ ਹੋਣ ਉੱਤੇ ਸ੍ਰੀ ਬ੍ਰਹਮਾ ਜੀ ਨੂੰ ਕਮਲ ਦੇ ਫੁੱਲ ਉੱਪਰ, ਸ੍ਰੀ ਵਿਸ਼ਨੂੰ ਜੀ ਨੂੰ ਸ਼ੇਸ਼ ਨਾਗ ਦੀ ਸ਼ੇਜ਼ ਉੱਪਰ ਅਤੇ ਸ੍ਰੀ ਸ਼ਿਵ ਜੀ ਨੂੰ ਕੈਲਾਸ਼ ਪਰਬਤ ਉੱਪਰ ਸਚੇਤ ਕਰਕੇ ਇਕੱਠੇ ਕਰ ਦਿੰਦਾ ਹੈ। ਉਸ ਉਪਰੰਤ ਪ੍ਰਕਿਰਤੀ ਯਾਨੀ ਦੁਰਗਾ ਦੁਆਰਾ ਇਹਨਾਂ ਤਿੰਨਾਂ ਦਾ ਵਿਆਹ ਕਰ ਦਿੱਤਾ ਜਾਂਦਾ ਹੈ ਅਤੇ ਇੱਕ ਬ੍ਰਹਿਮੰਡ ਵਿੱਚ 3 ਲੋਕਾਂ ਯਾਨੀ ਸਵਰਗ ਲੋਕ, ਪ੍ਰਿਥਵੀ ਲੋਕ ਅਤੇ ਪਾਤਾਲ ਲੋਕ ਵਿੱਚ ਇੱਕ ਵਿਭਾਗ ਦੇ ਮੰਤਰੀ ਯਾਨੀ ਪ੍ਰਭੂ ਨਿਯੁਕਤ ਕਰ ਦਿੰਦਾ ਹੈ। ਜਿਸ ਤਰ੍ਹਾਂ ਸ੍ਰੀ ਬ੍ਰਹਮਾ ਜੀ ਨੂੰ ਰਜੋਗੁਣ ਵਿਭਾਗ ਦਾ ਅਤੇ ਸ੍ਰੀ ਵਿਸ਼ਨੂੰ ਜੀ ਨੂੰ ਸਤੋਗੁਣ ਵਿਭਾਗ ਦਾ ਅਤੇ ਸ੍ਰੀ ਸ਼ਿਵ ਸ਼ੰਕਰ ਜੀ ਨੂੰ ਤਮੋਗੁਣ ਵਿਭਾਗ ਦਾ ਅਤੇ ਸਵੈ ਗੁਪਤ ਯਾਨੀ ਮਹਾਬ੍ਰਹਮਾ, ਮਹਾਵਿਸ਼ਨੂੰ, ਮਹਾਸ਼ਿਵ ਰੂਪ ਵਿੱਚ ਮੁੱਖ ਮੰਤਰੀ ਪਦ ਨੂੰ ਸੰਭਾਲਦਾ ਹੈ। ਇੱਕ ਬ੍ਰਹਿਮੰਡ ਵਿੱਚ ਇੱਕ ਬ੍ਰਹਮਲੋਕ ਦੀ ਰਚਨਾ ਕੀਤੀ ਹੈ। ਉਸ ਵਿੱਚ 3 ਗੁਪਤ ਸਥਾਨ ਬਣਾਏ ਹਨ। ਇੱਕ ਰਜੋਗੁਣ ਪ੍ਰਧਾਨ ਸਥਾਨ ਹੈ ਜਿੱਥੇ ਇਹ ਬ੍ਰਹਮ ਯਾਨੀ ਕਾਲ ਆਪ ਮਹਾਬ੍ਰਹਮਾ ਯਾਨੀ ਮੁੱਖ ਮੰਤਰੀ ਰੂਪ ਵਿੱਚ ਰਹਿੰਦਾ ਹੈ ਅਤੇ ਆਪਣੀ ਪਤਨੀ ਦੁਰਗਾ ਨੂੰ ਮਹਾਸਵਿਤਰੀ ਰੂਪ ਵਿੱਚ ਰੱਖਦਾ ਹੈ। ਇਹਨਾਂ ਦੋਨਾਂ ਦੇ ਸੰਯੋਗ ਨਾਲ ਜੋ ਪੁੱਤਰ ਇਸ ਸਥਾਨ ਤੇ ਉਤਪੰਨ ਹੁੰਦਾ ਹੈ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਿਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 262। ਉਹ ਆਪਣੇ ਆਪ ਹੀ ਰਜੋਗੁਣੀ ਬਣ ਜਾਂਦਾ ਹੈ। ਦੂਸਰਾ ਸਥਾਨ ਸਤੋਗੁਣ ਪ੍ਰਧਾਨ ਬਣਾਇਆ ਹੈ। ਉੱਥੇ ਇਹ ਛਰ ਪੁਰਸ਼ ਸਵੈਮ ਮਹਾਵਿਸ਼ਨੂੰ ਰੂਪ ਬਣਾ ਕੇ ਰਹਿੰਦਾ ਹੈ ਅਤੇ ਆਪਣੀ ਪਤਨੀ ਦੁਰਗਾ ਨੂੰ ਮਹਾਲਕਸ਼ਮੀ ਰੂਪ ਵਿੱਚ ਰੱਖ ਕੇ ਜੋ ਪੁੱਤਰ ਉਤਪੰਨ ਕਰਦਾ ਹੈ, ਉਸ ਦਾ ਨਾਮ ਵਿਸ਼ਨੂੰ ਰੱਖਦਾ ਹੈ। ਉਹ ਬਾਲਕ ਸਤੋਗੁਣ ਯੁਕਤ ਹੁੰਦਾ ਹੈ। ਅਤੇ ਤੀਸਰਾ, ਇਸ ਕਾਲ ਨੇ ਉੱਥੇ ਇੱਕ ਤਮੋਗੁਣੀ ਪ੍ਰਧਾਨ ਖੇਤਰ ਬਣਾਇਆ ਹੈ। ਉਸ ਵਿੱਚ ਇਹ ਸਵੈਮ ਸਦਾਸ਼ਿਵ ਰੂਪ ਬਣਾ ਕੇ ਰਹਿੰਦਾ ਹੈ ਅਤੇ ਆਪਣੀ ਪਤਨੀ ਦੁਰਗਾ ਨੂੰ ਮਹਾਪਾਰਬਤੀ ਰੂਪ ਵਿੱਚ ਰੱਖਦਾ ਹੈ। ਇਹਨਾਂ ਦੋਨਾਂ ਦੇ ਪਤੀ ਪਤਨੀ ਵਿਵਹਾਰ ਤੋਂ ਪੁੱਤਰ ਉਤਪੰਨ ਹੁੰਦਾ ਹੈ। ਉਸ ਦਾ ਨਾਮ ਸ਼ਿਵ ਰੱਖ ਦਿੰਦੇ ਹਨ ਅਤੇ ਤਮੋਗੁਣ ਯੁਕਤ ਕਰ ਦਿੰਦੇ ਹਨ। ਪ੍ਰਮਾਣ ਦੇ ਲਈ ਦੇਖੋ ਪਵਿੱਤਰ ਸ੍ਰੀ ਸ਼ਿਵ ਮਹਾਪੁਰਾਣ ਵਿਦਵੇਸ਼ਵਰ ਸੰਹਿਤਾ ਪੰਨਾ ਨੰਬਰ 24 ਤੋਂ 26, ਜਿਸ ਵਿੱਚ ਬ੍ਰਹਮਾ, ਵਿਸ਼ਨੂੰ, ਰੁਦਰ ਅਤੇ ਮਹੇਸ਼ਵਰ ਤੋਂ ਹੋਰ ਸਦਾਸ਼ਿਵ ਹੈ ਅਤੇ ਰੁਦਰ ਸੰਹਿਤਾ ਅਧਿਆਏ 6, 7 ਅਤੇ 9 ਪੰਨਾ ਨੰਬਰ 100, 105 ਅਤੇ 110 ਉੱਪਰ ਅਨੁਵਾਦ ਕਰਤਾ ਸ੍ਰੀ ਹਨੂਮਾਨ ਪ੍ਰਸਾਦ ਪੌਦਾਰ, ਗੀਤਾ ਪ੍ਰੈਸ ਗੋਰਖਪੁਰ ਤੋਂ ਪ੍ਰਕਾਸ਼ਿਤ।
ਅਤੇ ਪਵਿੱਤਰ ਸ੍ਰੀਮਦ ਦੇਵੀ ਮਹਾਪੁਰਾਣ ਤੀਸਰਾ ਸਕੰਦ ਪੰਨਾ ਨੰਬਰ 114 ਤੋਂ 123 ਤੱਕ ਗੀਤਾ ਪ੍ਰੈਸ ਗੋਰਖਪੁਰ ਤੋਂ ਪ੍ਰਕਾਸ਼ਿਤ, ਜਿਸ ਦੇ ਅਨੁਵਾਦ ਕਰਤਾ ਸ੍ਰੀ ਹਨੂਮਾਨ ਪ੍ਰਸਾਦ ਪੌਦਾਰ ਚਿਮਨ ਲਾਲ ਗੋਸਵਾਮੀ। ਇਹਨਾਂ ਨੂੰ ਧੋਖੇ ਵਿੱਚ ਰੱਖ ਕੇ ਆਪਣੇ ਖਾਣ ਦੇ ਲਈ ਜੀਵਾਂ ਦੀ ਉਤਪੱਤੀ ਸ੍ਰੀ ਬ੍ਰਹਮਾ ਜੀ ਦੁਆਰਾ ਅਤੇ ਸਥਿਤੀ ਯਾਨੀ ਇੱਕ ਦੂਸਰੇ ਨੂੰ ਮੋਹ ਮਮਤਾ ਵਿੱਚ ਰੱਖ ਕੇ ਕਾਲ ਜਾਲ ਵਿੱਚ ਰੱਖਣਾ ਸ੍ਰੀ ਵਿਸ਼ਨੂੰ ਜੀ ਤੋਂ, ਅਤੇ ਸੰਹਾਰ ਕਿਉਂਕਿ ਕਾਲ ਪੁਰਸ਼ ਨੂੰ ਸ਼ਰਾਪ-ਵਸ਼ 1 ਲੱਖ ਮਾਨਵ ਸਰੀਰ ਧਾਰੀ ਪ੍ਰਾਣੀਆਂ ਦੇ ਸੂਖਸ਼ਮ ਸਰੀਰ ਤੋਂ ਮੈਲ ਕੱਢ ਕੇ ਖਾਣਾ ਹੁੰਦਾ ਹੈ। ਉਸ ਦੇ ਲਈ 21ਵੇਂ ਬ੍ਰਹਿਮੰਡ ਵਿੱਚ ਤਪਤਸ਼ਿਲਾ ਹੈ, ਜੋ ਆਪਣੇ ਆਪ ਹੀ ਗਰਮ ਰਹਿੰਦੀ ਹੈ। ਉਸ ਉੱਤੇ ਗਰਮ ਕਰਕੇ ਮੈਲ ਪਿਘਲਾ ਕੇ ਖਾਂਦਾ ਹੈ। ਜੀਵ ਮਰਦੇ ਨਹੀਂ, ਪਰ ਕਸ਼ਟ ਅਸਹਿ ਹੁੰਦਾ ਹੈ। ਫਿਰ ਪ੍ਰਾਣੀਆਂ ਨੂੰ ਕਰਮ ਆਧਾਰ ਤੇ ਹੋਰ ਸਰੀਰ ਪ੍ਰਦਾਨ ਕਰਦਾ ਹੈ। ਸ੍ਰੀ ਸ਼ਿਵ ਜੀ ਦੁਆਰਾ ਕਰਾਉਂਦਾ ਹੈ। ਜਿਵੇਂ ਕਿਸੇ ਮਕਾਨ ਵਿੱਚ 3 ਕਮਰੇ ਬਣੇ ਹੋਣ, ਇੱਕ ਕਮਰੇ ਵਿੱਚ ਅਸ਼ਲੀਲ ਚਿੱਤਰ ਲੱਗੇ ਹੋਣ, ਉਸ ਕਮਰੇ ਵਿੱਚ ਜਾਂਦੇ ਹੀ ਮਨ ਵਿੱਚ ਵੈਸੇ ਹੀ ਮਲੀਨ ਵਿਚਾਰ ਉਤਪੰਨ ਹੋ ਜਾਂਦੇ ਹਨ। ਦੂਸਰੇ ਕਮਰੇ ਵਿੱਚ ਸਾਧੂ ਸੰਤਾਂ ਭਗਤਾਂ ਦੇ ਚਿੱਤਰ ਲੱਗੇ ਹੋਣ ਤਾਂ ਮਨ ਵਿੱਚ ਅੱਛੇ ਵਿਚਾਰ ਪ੍ਰਭੂ ਦਾ ਚਿੰਤਨ ਹੀ ਬਣਿਆ ਰਹਿੰਦਾ ਹੈ। ਤੀਸਰੇ ਕਮਰੇ ਵਿੱਚ ਦੇਸ਼ ਭਗਤਾਂ ਅਤੇ ਸ਼ਹੀਦਾਂ ਦੇ ਚਿੱਤਰ ਲੱਗੇ ਹੋਣ ਤਾਂ ਮਨ ਵਿੱਚ ਵੈਸੇ ਹੀ ਜੋਸ਼ੀਲੇ ਵਿਚਾਰ ਉਤਪੰਨ ਹੋ ਜਾਂਦੇ ਹਨ। ਠੀਕ ਇਸੇ ਪ੍ਰਕਾਰ ਬ੍ਰਹਮ ਯਾਨੀ ਕਾਲ ਨੇ ਆਪਣੀ ਸੂਝ-ਬੂਝ ਨਾਲ ਉਪਰੋਕਤ ਤਿੰਨੋਂ ਗੁਣ ਪ੍ਰਧਾਨ ਸਥਾਨਾਂ ਦੀ ਰਚਨਾ ਕੀਤੀ ਹੋਈ ਹੈ। ਤਿੰਨੋਂ ਗੁਣ ਕੀ ਹਨ? ਪ੍ਰਮਾਣ ਸਹਿਤ ਤਿੰਨੋਂ ਗੁਣ ਰਜੋਗੁਣ ਬ੍ਰਹਮਾ ਜੀ, ਸਤਗੁਣ ਵਿਸ਼ਨੂੰ ਜੀ, ਤਮਗੁਣ ਸ਼ਿਵ ਜੀ ਹਨ। ਬ੍ਰਹਮ ਯਾਨੀ ਕਾਲ ਅਤੇ ਪ੍ਰਕਿਰਤੀ ਯਾਨੀ ਦੁਰਗਾ ਤੋਂ ਉਤਪੰਨ ਹੋਏ ਹਨ ਅਤੇ ਤਿੰਨੋਂ ਨਾਸ਼ਵਾਨ ਹਨ। ਪ੍ਰਮਾਣ ਗੀਤਾ ਪ੍ਰੈਸ ਗੋਰਖਪੁਰ ਤੋਂ ਪ੍ਰਕਾਸ਼ਿਤ ਸ੍ਰੀ ਸ਼ਿਵ ਮਹਾਪੁਰਾਣ, ਜਿਸ ਦੇ ਸੰਪਾਦਕ ਹਨ ਸ੍ਰੀ ਹਨੂਮਾਨ ਪ੍ਰਸਾਦ ਪੌਦਾਰ, ਪੰਨਾ ਨੰਬਰ 24 ਤੋਂ 26 ਵਿਦਵੇਸ਼ਵਰ ਸੰਹਿਤਾ ਅਤੇ ਪੰਨਾ ਨੰਬਰ 110 ਅਧਿਆਇ 9 ਰੁਦਰ ਸੰਹਿਤਾ। ਇਸ ਪ੍ਰਕਾਰ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਤਿੰਨੋਂ ਦੇਵਤਿਆਂ ਵਿੱਚ ਗੁਣ ਹਨ, ਪਰੰਤੂ ਸ਼ਿਵ ਯਾਨੀ ਬ੍ਰਹਮ ਕਾਲ ਗੁਣਾਤੀਤ ਕਿਹਾ ਗਿਆ ਹੈ। ਦੂਸਰਾ ਪ੍ਰਮਾਣ ਗੀਤਾ ਪ੍ਰੈਸ ਗੋਰਖਪੁਰ ਤੋਂ ਪ੍ਰਕਾਸ਼ਿਤ ਸ੍ਰੀਮਦ ਦੇਵੀ ਭਾਗਵਤ ਪੁਰਾਣ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤत्वदर्शी संत रामपाल जी महाराज द्वारा लिखित किताब जीने की राह दा पन्ना नंबर 263, जिस दे संपादक हन श्री हनुमान प्रसाद पौदार चिमन लाल गोस्वामी। तीसरा ਸਕੰਦ अध्याय 5 पन्ना नंबर 123। ਭਗਵਾਨ ਵਿਸ਼ਨੂੰ ਨੇ ਦੁਰਗਾ ਦੀ ਉਸਤੁਤੀ ਕੀਤੀ, ਕਿਹਾ ਕਿ ਮੈਂ ਯਾਨੀ ਵਿਸ਼ਨੂੰ, ਬ੍ਰਹਮਾ ਅਤੇ ਸ਼ੰਕਰ ਆਪ ਦੀ ਹੀ ਕਿਰਪਾ ਨਾਲ ਹੀ ਵਿਦਮਾਨ ਹਾਂ। ਸਾਡਾ ਤਾਂ ਆਵਿਰਭਾਵ ਯਾਨੀ ਜਨਮ ਅਤੇ ਤਿਰੋਭਾਵ ਯਾਨੀ ਮ੍ਰਿਤੂ ਹੁੰਦੀ ਹੈ। ਅਸੀਂ ਨਿਤ ਯਾਨੀ ਅਵਿਨਾਸ਼ੀ ਨਹੀਂ ਹਾਂ। ਆਪ ਹੀ ਨਿਤ ਹੋ, ਜਗਤ ਜਨਨੀ ਹੋ, ਪ੍ਰਕਿਰਤੀ ਅਤੇ ਸਨਾਤਨੀ ਦੇਵੀ ਹੋ। ਭਗਵਾਨ ਸ਼ੰਕਰ ਨੇ ਕਿਹਾ, ਜੇਕਰ ਭਗਵਾਨ ਬ੍ਰਹਮਾ ਅਤੇ ਭਗਵਾਨ ਵਿਸ਼ਨੂੰ ਆਪ ਤੋਂ ਹੀ ਉਤਪੰਨ ਹੋਏ ਹਨ ਤਾਂ ਉਹਨਾਂ ਦੇ ਬਾਅਦ ਉਤਪੰਨ ਹੋਣ ਵਾਲਾ ਮੈਂ ਤਮੋਗੁਣੀ ਲੀਲਾ ਕਰਨ ਵਾਲਾ ਸ਼ੰਕਰ ਕੀ ਆਪ ਦੀ ਸੰਤਾਨ ਨਹੀਂ ਹੋਇਆ, ਅਰਥਾਤ ਮੈਨੂੰ ਵੀ ਉਤਪੰਨ ਕਰਨ ਵਾਲੀ ਆਪ ਹੀ ਹੋ। ਇਸ ਸੰਸਾਰ ਦੀ ਸ੍ਰਿਸ਼ਟੀ, ਸਥਿਤੀ, ਸੰਹਾਰ ਵਿੱਚ ਵੀ ਆਪ ਦੇ ਹੀ ਗੁਣ ਸਦਾ ਸਰਵਦਾ ਹਨ। ਇਹਨਾਂ ਤਿੰਨਾਂ ਗੁਣਾਂ ਨਾਲ ਉਤਪੰਨ ਅਸੀਂ ਬ੍ਰਹਮਾ, ਵਿਸ਼ਨੂੰ ਅਤੇ ਸ਼ੰਕਰ ਨਿਯਮ ਅਨੁਸਾਰ ਕਾਰਜ ਵਿੱਚ ਤਤਪਰ ਰਹਿੰਦੇ ਹਾਂ। ਉਪਰੋਕਤ ਇਹ ਵਰਣਨ ਕੇਵਲ ਹਿੰਦੀ ਵਿੱਚ ਅਨੁਵਾਦਿਤ ਸ੍ਰੀ ਦੇਵੀ ਮਹਾਪੁਰਾਣ ਵਿੱਚੋਂ ਹੈ, ਜਿਸ ਵਿੱਚ ਕੁਝ ਤੱਥਾਂ ਨੂੰ ਛੁਪਾਇਆ ਗਿਆ ਹੈ। ਇਸ ਲਈ ਇਹ ਪ੍ਰਮਾਣ ਦੇਖੋ ਸ਼੍ਰੀਮਦ ਦੇਵੀ ਭਾਗਵਤ ਮਹਾਪੁਰਾਣ ਸੁਪਾਸ਼ਟਿਕਮ ਸਮਹਾਤਿਅਮ, ਖੇਮਰਾਜ ਸ੍ਰੀ ਕ੍ਰਿਸ਼ਨ ਦਾਸ ਪ੍ਰਕਾਸ਼ਨ, ਮੁੰਬਈ। ਇਸ ਵਿੱਚ ਸੰਸਕ੍ਰਿਤ ਸਹਿਤ ਹਿੰਦੀ ਅਨੁਵਾਦ ਕੀਤਾ ਹੈ। ਤੀਸਰਾ ਸਕੰਦ ਅਧਿਆਇ 4 ਪੰਨਾ ਨੰਬਰ 10 ਸ਼ਲੋਕ 42। ब्रह्मा अहम ईश्वर फिलते प्रभावात्व सर्वे वयम जने युता नयदा तू नितया के अन्नये सुरा शतमख प्रमुखा च नितया नितया तवमेव जननी प्रकृति पुराणा। अनुवाद है माता ब्रह्मा, मैं ਅਤੇ शिव तेरे ही प्रभाव नाल जन्मवान हाँ, नित नहीं हाँ, अर्थात असी अविनाशी नहीं हाँ। फिर होर इंद्र आदि दूसरे देवता किस प्रकार नित हो सकते ਹਨ? तू ही अविनाशी हो, प्रकृति ਅਤੇ सनातनी देवी हो। ਪੰਨਾ ਨੰਬਰ 11 ਅਤੇ 12 ਅਧਿਆਇ 5 ਸ਼ਲੋਕ 8। ਯਦੇ ਦਇਆਦ੍ਰਮਨਾ ਨਾ ਸਦਾਨ ਬਿਕੇ ਕਥਮਹਮ ਵਿਹਿਤਚ ਤਮੋ ਗੁਣ ਕਮਲਜਸ਼ਚ ਰਜੋ ਗੁਣ ਸੰਭਵ ਸੁਵਿਹਿਤ ਕਿਮੋ ਸਤਵ ਗੁਣੋ ਹਰੇ। ਅਨੁਵਾਦ ਭਗਵਾਨ ਸ਼ੰਕਰ ਬੋਲੇ, ਹੈ ਮਾਤਾ, ਜੇਕਰ ਸਾਡੇ ਉੱਪਰ ਆਪ ਦਇਆ ਯੁਕਤ ਹੋ ਤਾਂ ਮੈਨੂੰ ਤਮੋਗੁਣ ਕਿਉਂ ਬਣਾਇਆ? ਕਮਲ ਤੋਂ ਉਤਪੰਨ ਬ੍ਰਹਮਾ ਨੂੰ ਰਜੋਗੁਣ ਕਿਸ ਲਈ ਬਣਾਇਆ ਅਤੇ ਵਿਸ਼ਨੂੰ ਨੂੰ ਸਤਗੁਣ ਕਿਉਂ ਬਣਾਇਆ? ਅਰਥਾਤ ਜੀਵਾਂ ਦੇ ਜਨਮ ਮਰਨ ਰੂਪੀ ਦੁਸ਼ਕਰਮ ਵਿੱਚ ਕਿਉਂ ਲਗਾਇਆ? ਸ਼ਲੋਕ 12। ਰਮਯਸੇ ਸਵਪਤਿਮ ਪੁਰਸ਼ਮ ਸਦਾ ਤਵ ਗਤਿਮ ਨਾ ਹੇ ਵਿਦਮ ਸ਼ਿਵੇ। ਅਨੁਵਾਦ
ਆਪਣੇ ਪਤੀ ਪੁਰਸ਼ ਅਰਥਾਤ ਕਾਲ ਭਗਵਾਨ ਦੇ ਨਾਲ ਸਦਾ ਭੋਗ ਵਿਲਾਸ ਕਰਦੀ ਰਹਿੰਦੀ ਹੋ। ਆਪ ਦੀ ਗਤੀ ਕੋਈ ਨਹੀਂ ਜਾਣਦਾ। ਨਿਸ਼ਕਰਸ਼ ਉਪਰੋਕਤ ਪ੍ਰਮਾਣਾਂ ਨਾਲ ਪ੍ਰਮਾਣਿਤ ਹੋਇਆ ਕਿ ਰਜੋਗੁਣ ਬ੍ਰਹਮਾ, ਸਤਗੁਣ ਵਿਸ਼ਨੂੰ ਅਤੇ ਤਮਗੁਣ ਸ਼ਿਵ, ਇਹ ਤਿੰਨੋਂ ਨਾਸ਼ਵਾਨ ਹਨ। ਦੁਰਗਾ ਦਾ ਪਤੀ ਬ੍ਰਹਮ ਯਾਨੀ ਕਾਲ ਹੈ। ਇਹ ਉਸ ਦੇ ਨਾਲ ਭੋਗ ਵਿਲਾਸ ਕਰਦਾ ਹੈ। ਬ੍ਰਹਮ ਯਾਨੀ ਕਾਲ ਦੀ ਅਵਿਅਕਤ ਰਹਿਣ ਦੀ ਪ੍ਰਤਿਗਿਆ। ਸੂਖਸ਼ਮ ਵੇਦ ਤੋਂ ਬਾਕੀ ਸ੍ਰਿਸ਼ਟੀ ਰਚਨਾ ਤਿੰਨੋਂ ਪੁੱਤਰਾਂ ਦੀ ਉਤਪੱਤੀ ਦੇ ਪਿੱਛੋਂ ਬ੍ਰਹਮ ਨੇ ਆਪਣੀ ਪਤਨੀ ਦੁਰਗਾ ਯਾਨੀ ਪ੍ਰਕਿਰਤੀ ਨੂੰ ਕਿਹਾ ਕਿ ਭਵਿੱਖ ਵਿੱਚ ਮੈਂ ਕਿਸੇ ਨੂੰ ਆਪਣੇ ਅਸਲ ਰੂਪ ਵਿੱਚ ਦਰਸ਼ਨ ਨਹੀਂ ਦੇਵਾਂਗਾ, ਜਿਸ ਕਾਰਨ ਕਰਕੇ ਮੈਂ ਅਵਿਅਕਤ ਮੰਨਿਆ ਜਾਵਾਂਗਾ। ਦੁਰਗਾ ਨੂੰ ਕਿਹਾ ਕਿ ਆਪ ਮੇਰਾ ਭੇਦ ਕਿਸੇ ਨੂੰ ਮਤ ਦੇਣਾ, ਮੈਂ ਗੁਪਤ ਰਹਾਂਗਾ। ਦੁਰਗਾ ਨੇ ਕਿਹਾ ਕਿ ਆਪ ਆਪਣੇ ਪੁੱਤਰਾਂ ਨੂੰ ਵੀ ਦਰਸ਼ਨ ਨਹੀਂ ਦੇਵੋਗੇ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 264। ਬ੍ਰਹਮ ਨੇ ਕਿਹਾ ਕਿ ਮੈਂ ਆਪਣੇ ਪੁੱਤਰਾਂ ਨੂੰ ਅਤੇ ਹੋਰ ਨੂੰ ਕਿਸੇ ਵੀ ਸਾਧਨਾ ਨਾਲ ਦਰਸ਼ਨ ਨਹੀਂ ਦੇਵਾਂਗਾ, ਇਹ ਮੇਰਾ ਅਟਲ ਨਿਯਮ ਰਹੇਗਾ। ਦੁਰਗਾ ਨੇ ਕਿਹਾ ਕਿ ਇਹ ਆਪ ਦਾ ਉੱਤਮ ਨਿਯਮ ਨਹੀਂ ਹੈ, ਜੋ ਆਪ ਆਪਣੀ ਸੰਤਾਨ ਤੋਂ ਵੀ ਛੁਪੇ ਰਹੋਗੇ। ਉਦੋਂ ਕਾਲ ਨੇ ਕਿਹਾ ਕਿ ਦੁਰਗਾ ਮੇਰੀ ਮਜਬੂਰੀ ਹੈ, ਮੈਨੂੰ 1 ਲੱਖ ਮਾਨਵ ਸਰੀਰਧਾਰੀ ਪ੍ਰਾਣੀਆਂ ਦਾ ਆਹਾਰ ਕਰਨ ਦਾ ਸ਼ਰਾਪ ਲੱਗਾ ਹੈ। ਜੇਕਰ ਮੇਰੇ ਪੁੱਤਰਾਂ ਯਾਨੀ ਬ੍ਰਹਮਾ, ਵਿਸ਼ਨੂੰ, ਮਹੇਸ਼ ਨੂੰ ਪਤਾ ਲੱਗ ਗਿਆ ਤਾਂ ਉਹ ਉਤਪੱਤੀ, ਸਥਿਤੀ ਤੇ ਸੰਹਾਰ ਦਾ ਕੰਮ ਨਹੀਂ ਕਰਨਗੇ। ਇਸ ਲਈ ਇਹ ਮੇਰਾ ਅਣਉੱਤਮ ਨਿਯਮ ਸਦਾ ਰਹੇਗਾ। ਆਪ ਮੇਰੀ ਆਗਿਆ ਦਾ ਪਾਲਣ ਕਰੋ। ਜਦੋਂ ਇਹ ਤਿੰਨੋਂ ਕੁਝ ਵੱਡੇ ਹੋ ਜਾਣ ਤਾਂ ਇਹਨਾਂ ਨੂੰ ਅਚੇਤ ਕਰ ਦੇਣਾ। ਮੇਰੇ ਵਿਸ਼ੇ ਵਿੱਚ ਨਹੀਂ ਦੱਸਣਾ, ਨਹੀਂ ਤਾਂ ਮੈਂ ਤੈਨੂੰ ਵੀ ਦੰਡ ਦੇਵਾਂਗਾ। ਦੁਰਗਾ ਇਸ ਡਰ ਦੇ ਮਾਰੇ ਅਸਲੀਅਤ ਨਹੀਂ ਦੱਸਦੀ। ਇਸ ਲਈ ਗੀਤਾ ਅਧਿਆਇ 7 ਸ਼ਲੋਕ 24 ਵਿੱਚ ਕਿਹਾ ਹੈ ਕਿ ਇਹ ਬੁੱਧੀਹੀਨ ਜਨ ਸਮੁਦਾਇ ਮੇਰੇ ਅਣਉੱਤਮ ਨਿਯਮ ਤੋਂ ਅਪਰਿਚਿਤ ਹਨ ਕਿ ਮੈਂ ਕਦੀ ਵੀ ਕਿਸੇ ਦੇ ਸਾਹਮਣੇ ਪ੍ਰਗਟ ਨਹੀਂ ਹੁੰਦਾ, ਆਪਣੀ ਯੋਗ ਮਾਇਆ ਤੋਂ ਛੁਪਿਆ ਰਹਿੰਦਾ ਹਾਂ। ਇਸ ਲਈ ਮੈਨੂੰ ਅਵਿਅਕਤ ਨੂੰ ਮਨੁੱਖ ਰੂਪ ਵਿੱਚ ਆਇਆ ਹੋਇਆ ਕ੍ਰਿਸ਼ਨ ਮੰਨਦੇ ਹਨ। ਅਬੁੱਧਿਯ ਯਾਨੀ ਬੁੱਧੀਹੀਨ ਲੋਕ, ਮਮ ਯਾਨੀ ਮੇਰੇ, ਅਨੁਤਮ ਯਾਨੀ ਆਸ਼੍ਰੇਸ਼ਟ ਅਰਥਾਤ ਘਟਿਆ, ਅਵਯਯਮ ਯਾਨੀ ਅਵਿਨਾਸ਼ੀ ਭਾਵ ਨੂੰ ਅਜਾਨੰਤ ਯਾਨੀ ਨਾ ਜਾਣਦੇ ਹੋਏ, ਮਾਮ ਅਵਿਅਕਤਮ ਯਾਨੀ ਮੈਨੂੰ, ਅਦ੍ਰਿਸ਼ਮਾਨ ਵਿਅਕਤਮ ਯਾਨੀ ਮਾਨਵ ਰੂਪ ਵਿੱਚ, ਆਪਨਮ ਯਾਨੀ ਆਇਆ, ਮੰਨਯੰਤੇ ਯਾਨੀ ਮੰਨਦੇ ਹਨ, ਅਰਥਾਤ ਮੈਂ ਕ੍ਰਿਸ਼ਨ ਨਹੀਂ ਹਾਂ। ਗੀਤਾ ਅਧਿਆਇ 7 ਸ਼ਲੋਕ 24, ਗੀਤਾ ਅਧਿਆਇ 11 ਸ਼ਲੋਕ 47 ਅਤੇ 48 ਵਿੱਚ ਕਿਹਾ ਹੈ ਕਿ ਇਹ ਮੇਰਾ ਵਾਸਤਵਿਕ ਕਾਲ ਰੂਪ ਹੈ। ਇਸ ਦੇ ਦਰਸ਼ਨ ਅਰਥਾਤ ਬ੍ਰਹਮ ਪ੍ਰਾਪਤੀ ਨਾ ਵੇਦਾਂ ਵਿੱਚ ਵਰਣਿਤ ਵਿਧੀ ਨਾਲ, ਨਾ ਜਪ ਨਾਲ, ਨਾ ਤਪ ਨਾਲ ਅਤੇ ਨਾ ਕਿਸੇ ਕਿਰਿਆ ਨਾਲ ਹੋ ਸਕਦੀ ਹੈ। ਜਦੋਂ ਤਿੰਨੋਂ ਬੱਚੇ ਯੁਵਾ ਹੋ ਗਏ, ਉਦੋਂ ਮਾਤਾ ਦੁਰਗਾ ਯਾਨੀ ਪ੍ਰਕਿਰਤੀ ਅਸ਼ਟੰਗੀ ਨੇ ਕਿਹਾ ਕਿ ਆਪ ਸਾਗਰ ਮੰਥਨ ਕਰੋ। ਪ੍ਰਥਮ ਵਾਰ ਸਾਗਰ ਮੰਥਨ ਕੀਤਾ ਤਾਂ ਜੋਤੀ ਨਿਰੰਜਨ ਨੇ ਆਪਣੇ ਸਵਾਨਸਾਨ ਦੁਆਰਾ 4 ਵੇਦ ਉਤਪੰਨ ਕੀਤੇ। ਉਹਨਾਂ ਨੂੰ ਗੁਪਤ ਬਾਣੀ ਦੁਆਰਾ ਆਗਿਆ ਦਿੱਤੀ ਕਿ ਸਾਗਰ ਵਿੱਚ ਨਿਵਾਸ ਕਰੋ। 4 ਵੇਦ ਨਿਕਲੇ, ਉਹ ਬ੍ਰਹਮਾ ਨੇ ਲਏ। ਵਸਤੂ ਲੈ ਕੇ ਤਿੰਨੋਂ ਬੱਚੇ ਮਾਤਾ ਦੇ ਪਾਸ ਆਏ। ਉਦੋਂ ਮਾਤਾ ਨੇ ਕਿਹਾ ਕਿ 4 ਵੇਦਾਂ ਨੂੰ ਬ੍ਰਹਮਾ ਰੱਖੇ ਅਤੇ ਪੜ੍ਹੇ। ਨੋਟ: ਵਾਸਤਵ ਵਿੱਚ ਪੂਰਨ ਬ੍ਰਹਮ ਨੇ ਬ੍ਰਹਮ ਕਾਲ ਨੂੰ 5 ਵੇਦ ਪ੍ਰਦਾਨ ਕੀਤੇ ਸਨ, ਲੇਕਿਨ ਬ੍ਰਹਮ ਨੇ ਕੇਵਲ 4 ਵੇਦਾਂ ਨੂੰ ਪ੍ਰਗਟ ਕੀਤਾ। 5ਵਾਂ ਵੇਦ ਛੁਪਾ ਦਿੱਤਾ, ਜੋ ਪੂਰਨ ਪਰਮਾਤਮਾ ਨੇ ਖੁਦ ਪ੍ਰਗਟ ਹੋ ਕੇ ਕਵਿਰਗਿਰਬੀ ਅਰਥਾਤ ਕਬੀਰ ਬਾਣੀ ਦੁਆਰਾ ਕਹਾਵਤਾਂ ਅਤੇ ਦੋਹਿਆਂ ਦੇ ਮਾਧਿਅਮ ਨਾਲ ਪ੍ਰਗਟ ਕੀਤਾ ਹੈ। ਦੂਸਰੀ ਵਾਰ ਸਾਗਰ ਮੰਥਨ ਕੀਤਾ ਤਾਂ 3 ਕੰਨਿਆਂ ਮਿਲੀਆਂ। ਮਾਤਾ ਨੇ ਤਿੰਨਾਂ ਨੂੰ ਵੰਡ ਦਿੱਤਾ। ਪ੍ਰਕਿਰਤੀ ਯਾਨੀ ਦੁਰਗਾ ਨੇ ਆਪਣੇ ਹੀ ਹੋਰ 3 ਰੂਪ ਯਾਨੀ ਸਾਵਿਤਰੀ, ਲਕਸ਼ਮੀ ਅਤੇ ਪਾਰਬਤੀ ਧਾਰਨ ਕੀਤਾ ਅਤੇ ਸਮੁੰਦਰ ਵਿੱਚ ਛੁਪਾ ਦਿੱਤੀ। ਸਾਗਰ ਮੰਥਨ ਦੇ ਸਮੇਂ ਬਾਹਰ ਆ ਗਈ। ਉਹ ਪ੍ਰਕਿਰਤੀ 3 ਰੂਪ ਹੋਈ ਅਤੇ ਭਗਵਾਨ ਬ੍ਰਹਮਾ ਨੂੰ ਸਵਿਤਰੀ, ਭਗਵਾਨ ਵਿਸ਼ਨੂੰ ਨੂੰ ਲక్ష్ਮੀ, ਭਗਵਾਨ ਸ਼ੰਕਰ ਨੂੰ ਪਾਰਬਤੀ ਪਤਨੀ ਰੂਪ ਵਿੱਚ ਦਿੱਤੀ। ਤਿੰਨੋਂ ਨੇ ਭੋਗ ਵਿਲਾਸ ਕੀਤਾ। ਸੁਰ ਅਤੇ ਅਸੁਰ ਦੋਨੋਂ ਪੈਦਾ ਹੋਏ। ਜਦੋਂ ਤੀਸਰੀ ਵਾਰ ਸਾਗਰ ਮੰਥਨ ਕੀਤਾ ਤਾਂ 14 ਰਤਨ ਬ੍ਰਹਮਾ ਨੂੰ ਅਤੇ ਅੰਮ੍ਰਿਤ ਵਿਸ਼ਨੂੰ ਨੂੰ ਅਤੇ ਦੇਵਤਾਵਾਨ ਮਦ ਯਾਨੀ ਸ਼ਰਾਬ ਅਸੁਰਾਂ ਨੂੰ ਅਤੇ ਵਿਸ਼ ਪਰਮਾਰਥ ਸ਼ਿਵ ਨੇ ਆਪਣੇ ਕੰਠ ਵਿੱਚ ਠਹਿਰਾਇਆ। ਇਹ ਤਾਂ ਬਹੁਤ ਬਾਅਦ ਦੀ ਗੱਲ ਹੈ। ਜਦ ਬ੍ਰਹਮਾਨ ਵੇਦ ਪੜਨ ਲੱਗਿਆ ਤਾਂ ਪਤਾ ਚੱਲਿਆ ਕਿ ਕੋਈ ਸਰਵ ਬ੍ਰਹਿਮੰਡਾਂ ਦੀ ਰਚਨਾ ਕਰਨੇ ਵਾਲਾ, ਕੁਲ ਦਾ ਮਾਲਿਕ ਪੁਰਸ਼ ਯਾਨੀ ਪ੍ਰਭੂ ਹੋਰ ਹੈ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 265। ਉਦੋਂ ਬ੍ਰਹਮਾ ਜੀ ਨੇ ਵਿਸ਼ਨੂੰ ਜੀ ਅਤੇ ਸ਼ੰਕਰ ਜੀ ਨੂੰ ਦੱਸਿਆ ਕਿ ਵੇਦਾਂ ਵਿੱਚ ਵਰਣਨ ਹੈ ਕਿ ਸਿਰਜਣਹਾਰ ਕੋਈ ਅਤੇ ਪ੍ਰਭੂ ਹੈ,
परंतु वेद कहते हैं कि भेद असी भी नहीं जानते। उस दे लई संकेत है कि किसी तत्वदर्शी संत तो पुछो। उदों ब्रह्मा माता दे कोल आया अते सब विरतांत कह सुनाया। माता कहंदी सी कि मेरे अलावा कोई नहीं है, मैं ही करता हाँ, मैं ही सर्वशक्तिमान हाँ। परंतु ब्रह्मा ने कहा कि वेद ईश्वर करित हन, ਇਹ ਝੂਠ नहीं हो सकते। दुर्गा ने कहा कि तेरा पिता तेनू दर्शन नहीं देवेगा, उसने कसम खादी है। उदों ब्रह्मा ने कहा माता जी हुण आप दी गल ते अविश्वास हो गया है, मैं उस पुरुष यानी प्रभु दा पता लगा के ही रहांगा। दुर्गा ने कहा कि जेकर ओ तेनू दर्शन नहीं देवेगा ता तू की करेंगा। ब्रह्मा ने कहा कि मैं आपनू शक्ल नहीं दिखावांगा। दूसरी तरफ ज्योति निरंजन ने कसम खादी है कि मैं किसे नू दर्शन नहीं देवांगा, अर्थात एक ही ब्रह्मंड विच कदे भी अपने वास्तविक रूप विच आकार विच नहीं आवांगा। अध्याय 7 दा श्लोक 24। अव्यक्तम व्यक्तिम आपननम मन्यन्ते माम अबुद्धयः परम पावम अजानन्तः ममा अवयम अनूत्मम। अनुवाद अबुद्धयः यानी बुद्धिहीन लोग, मम यानी मेरे, अनुतम यानी आश्रेष्ठ, अवययम यानी अटल, परम यानी परम, पावम यानी पावनु, अजानन्तः यानी ना जानते होए, अव्यक्तम यानी अदृश्यमान छुपे होए अर्थात परोक्ष, माम यानी मैनू, व्यक्तम यानी मानव आकार विच अर्थात कृष्ण अवतार, आपनम यानी प्राप्त होया, मन्नयन्ते यानी मनदे हन। गीता अध्याय नंबर 7 दा श्लोक नंबर 5। ना अहम प्रकाशः सर्वस योग माया समावर्तः मूढ़ अयम ना अभिजानाते लोकः माम अजम अवययम। अनुवाद अहम यानी मैं, योग माया समावर्तः यानी योग माया नाल छुपिया होया, सर्वस यानी सब दे, प्रकाशः यानी प्रतख, ना यानी नहीं हुंदा अर्थात आदृश रहंदा हाँ, इस लई अजम यानी जन्म ना लैण वाले, अवययम यानी अविनाशी अटल पावक, अयम यानी ए मूढ़ यानी अज्ञानी, लोक यानी जन समुदाय, संसार, माम यानी मैनू, ना यानी नहीं, अभिजानाते यानी जानदा अर्थात मैनू कृष्ण समझदा है, क्योंकि ब्रह्म अपनी शब्द शक्ति नाल भिन्न भिन्न रूप बना लैंदा है। ਇਹ दुर्गा दा पति है, इस ਲਈ इस मंत्र विच कह रहा है कि मैं श्री कृष्ण आदि दी तरह दुर्गा तो जन्म नहीं लैंदा। ब्रह्मा दा अपने पिता यानी काल ब्रह्म दी प्राप्ति दे ਲਈ यतन। उदों दुर्गा ने ब्रह्मा जी नू कहा अलख निरंजन तेरा पिता है, परंतु तेनू दर्शन नहीं देवेगा। ब्रह्मांड ने कहा कि मैं दर्शन करके ही परतूंगा। माता ने पूछा कि तेनू दर्शन नहीं होए ता की करेंगा। ब्रह्मा ने कहा कि मैं प्रतिज्ञा करदा हाँ, जेकर पिता दे दर्शन नहीं होए ता मैं आप दे सामने नहीं आऊंगा। ਇਹ कह के ब्रह्मा जी व्याकुल हो के उत्तर दिशा वाल चल पिया। जिथे हनेरा ही हनेरा है उत्थे ब्रह्मा ने 4 युग तक ध्यान लगाया, परंतु कुछ भी प्राप्ति नहीं हुई। काल ने आकाशबाणी कीती कि दुर्गा सृष्टि रचना क्यों नहीं कीती। भवानी ने कहा तुहाडा जेठा पुत्र ब्रह्मा जिद करके आप दी तलाश विच गया है। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 266। ब्रह्म यानी काल ने कहा उसनू वापस बुला लवो, मैं उसनू दर्शन नहीं देवांगा। ब्रह्मा दे बिना सब कारज असंभव है। उदों दुर्गा यानी प्रकृति ने अपनी शब्द शक्ति नाल गायत्री नाम दी लड़की उत्पन्न कीती ਅਤੇ ਉਸਨੂੰ ब्रह्मा ਨੂੰ ਵਾਪਸ ਲਿਆਉਣ ਨੂੰ ਕਿਹਾ। गायत्री ब्रह्मा जी ਦੇ ਪਾਸ ਗਈ, परंतु ब्रह्मा जी समाधि लगाए ਹੋਏ ਸੀ। ਉਸਨੂੰ ਕੁਝ ਵੀ ਆਭਾਸ ਵੀ ਨਹੀਂ ਸੀ ਕਿ ਕੋਈ ਆਇਆ ਹੈ। ਉਦੋਂ ਆਦਿ ਕੁਮਾਰੀ यानी प्रकृति ने गायत्री ਨੂੰ ਧਿਆਨ ਦੁਆਰਾ ਦੱਸਿਆ ਕਿ ਇਸ ਦੇ ਚਰਨ ਸਪਰਸ਼ ਕਰ। ਉਦੋਂ गायत्री ने ਅਜਿਹਾ ਕੀਤਾ। ब्रह्मा जी ਦਾ ਧਿਆਨ ਭੰਗ ਹੋਇਆ ਤਾਂ ਕ੍ਰੋਧ ਵਸ ਬੋਲਿਆ ਕਿ ਤੂੰ ਪਾਪਣ ਹੈ ਜਿਸਨੇ ਮੇਰਾ ਧਿਆਨ ਭੰਗ ਕੀਤਾ ਹੈ, मैं तेनू शराप देवांगा। गायत्री ने कहा कि मेरा दोष नहीं है, पहला मेरी गल सुनो, उदों शराप देना। मैनू माता ने तेनू वापस लियाउण लई कहा है, क्योंकि आप दे बिना जीव उत्पत्ति नहीं हो सकती। ब्रह्मा ने कहा कि मैं किस तरह जावा, पिता जी दे दर्शन होए नहीं, इस तरह जावांगा ता मेरा उपहास होवेगा। जेकर आप माता जी दे सामने एक कह दे कि ब्रह्मा नू पिता यानी ज्योति निरंजन दे दर्शन हो गए हन, मैं अपनियां अखां नाल देखिया है ता मैं तेरे नाल चलांगा। उदों गायत्री ने कहा कि आप मेरे नाल संभोग यानी सैकस करोगे ता मैं आप दी झूठी गवाही भरूंगी।
ਉਦੋਂ ਬ੍ਰਹਮਾ ਨੇ ਸੋਚਿਆ ਕਿ ਪਿਤਾ ਦੇ ਦਰਸ਼ਨ ਹੋਏ ਨਹੀਂ ਵੈਸੇ ਜਾਵਾਂਗਾ ਤਾਂ ਮਾਤਾ ਦੇ ਸਾਹਮਣੇ ਸ਼ਰਮ ਆਵੇਗੀ, ਹੋਰ ਚਾਰਾ ਨਹੀਂ ਦਿਖਾਈ ਦਿੱਤਾ। ਫਿਰ ਗਾਇਤਰੀ ਨਾਲ ਰਤੀ ਕਿਰਿਆ ਯਾਨੀ ਸੰਭੋਗ ਕੀਤਾ। ਉਦੋਂ ਗਾਇਤਰੀ ਨੇ ਕਿਹਾ ਕਿ ਕਿਉਂ ਨਾ ਇੱਕ ਗਵਾਹ ਹੋਰ ਤਿਆਰ ਕੀਤਾ ਜਾਵੇ। ਬ੍ਰਹਮਾ ਨੇ ਕਿਹਾ ਕਿ ਬਹੁਤ ਹੀ ਵਧੀਆ ਹੈ। ਉਦੋਂ ਗਾਇਤਰੀ ਨੇ ਸ਼ਬਦ ਸ਼ਕਤੀ ਨਾਲ ਇੱਕ ਲੜਕੀ ਯਾਨੀ ਪੋਹਪਵਤੀ ਨਾਮ ਦੀ ਪੈਦਾ ਕੀਤੀ ਅਤੇ ਉਸ ਨੂੰ ਦੋਨਾਂ ਨੇ ਕਿਹਾ ਕਿ ਆਪ ਗਵਾਹੀ ਦੇਣਾ ਕਿ ਬ੍ਰਹਮਾ ਨੇ ਪਿਤਾ ਦੇ ਦਰਸ਼ਨ ਕੀਤੇ ਹਨ। ਉਦੋਂ ਪੋਹਪਵਤੀ ਨੇ ਕਿਹਾ ਕਿ ਮੈਂ ਕਿਉਂ ਝੂਠੀ ਗਵਾਹੀ ਦੇਵਾਂ, ਹਾਂ ਜੇਕਰ ਬ੍ਰਹਮਾ ਮੇਰੇ ਨਾਲ ਰਤੀ ਕਿਰਿਆ ਯਾਨੀ ਸੰਭੋਗ ਕਰੇ ਤਾਂ ਗਵਾਹੀ ਦੇ ਸਕਦੀ ਹਾਂ। ਗਾਇਤਰੀ ਨੇ ਬ੍ਰਹਮਾ ਨੂੰ ਸਮਝਾਇਆ ਯਾਨੀ ਉਕਸਾਇਆ ਕਿ ਹੋਰ ਕੋਈ ਚਾਰਾ ਨਹੀਂ ਹੈ। ਉਦੋਂ ਬ੍ਰਹਮਾ ਨੇ ਪੋਹਪਵਤੀ ਨਾਲ ਸੰਭੋਗ ਕੀਤਾ ਤਾਂ ਤਿੰਨੋਂ ਮਿਲ ਕੇ ਆਦਿ ਮਾਇਆ ਯਾਨੀ ਪ੍ਰਕਿਰਤੀ ਦੇ ਕੋਲ ਆਏ। ਦੋਨੋਂ ਦੇਵੀਆਂ ਨੇ ਉਪਰੋਕਤ ਸ਼ਰਤ ਤਾਂ ਰੱਖੀ ਸੀ ਕਿ ਜੇਕਰ ਬ੍ਰਹਮਾ ਮਾਤਾ ਦੇ ਸਾਹਮਣੇ ਸਾਡੀ ਝੂਠੀ ਗਵਾਹੀ ਨੂੰ ਦੱਸ ਦੇਵੇਗਾ ਤਾਂ ਮਾਤਾ ਸਾਨੂੰ ਸ਼ਰਾਪ ਦੇਵੇਗੀ, ਇਸ ਲਈ ਉਸ ਨੂੰ ਵੀ ਦੋਸ਼ੀ ਬਣਾ ਲਿਆ। ਇੱਥੇ ਮਹਾਰਾਜ ਗਰੀਬਦਾਸ ਜੀ ਕਹਿੰਦੇ ਹਨ ਕਿ ਦਾਸ ਗਰੀਬ ਯਹ ਚੂਕ ਤੁਰੋ ਤੁਰ, ਮਾਤਾ ਦੁਰਗਾ ਦੁਆਰਾ ਬ੍ਰਹਮਾ ਨੂੰ ਸ਼ਰਾਪ ਦੇਣਾ। ਉਦੋਂ ਮਾਤਾ ਨੇ ਬ੍ਰਹਮਾ ਨੂੰ ਪੁੱਛਿਆ ਕਿ ਤੈਨੂੰ ਤੇਰੇ ਪਿਤਾ ਦੇ ਦਰਸ਼ਨ ਹੋਏ? ਬ੍ਰਹਮਾ ਨੇ ਕਿਹਾ ਪਿਤਾ ਦੇ ਦਰਸ਼ਨ ਹੋਏ ਹਨ। ਦੁਰਗਾ ਨੇ ਕਿਹਾ ਸਾਖੀ ਦੱਸ। ਉਦੋਂ ਬ੍ਰਹਮਾ ਨੇ ਕਿਹਾ ਇਹਨਾਂ ਦੋਨਾਂ ਦੇ ਸਾਹਮਣੇ ਸਾਖਸ਼ਾਤਕਾਰ ਹੋਇਆ ਹੈ। ਦੇਵੀ ਨੇ ਉਹਨਾਂ ਦੋਨੋਂ ਲੜਕੀਆਂ ਤੋਂ ਪੁੱਛਿਆ ਕਿ ਤੁਹਾਡੇ ਸਾਹਮਣੇ ਬ੍ਰਹਮ ਦਾ ਸਾਖਸ਼ਾਤਕਾਰ ਹੋਇਆ ਹੈ? ਉਦੋਂ ਦੋਨੋਂ ਨੇ ਕਿਹਾ ਕਿ ਹਾਂ ਅਸੀਂ ਆਪਣੀਆਂ ਅੱਖਾਂ ਨਾਲ ਦੇਖਿਆ ਹੈ। ਫਿਰ ਭਵਾਨੀ ਯਾਨੀ ਪ੍ਰਕਿਰਤੀ ਨੂੰ ਸ਼ੱਕ ਹੋਇਆ ਕਿ ਮੈਨੂੰ ਤਾਂ ਬ੍ਰਹਮ ਨੇ ਕਿਹਾ ਸੀ ਕਿ ਮੈਂ ਕਿਸੇ ਨੂੰ ਦਰਸ਼ਨ ਨਹੀਂ ਦੇਵਾਂਗਾ, ਪਰੰਤੂ ਇਹ ਕਹਿੰਦੇ ਹਨ ਕਿ ਦਰਸ਼ਨ ਹੋਏ ਹਨ। ਉਦੋਂ ਅਸ਼ਟੰਗੀ ਨੇ ਧਿਆਨ ਲਗਾਇਆ ਅਤੇ ਕਾਲ ਜੋਤੀ ਨਿਰੰਜਨ ਤੋਂ ਪੁੱਛਿਆ ਕਿ ਇਹ ਕੀ ਕਹਾਣੀ ਹੈ। ਜੋਤੀ ਨਿਰੰਜਨ ਨੇ ਕਿਹਾ ਕਿ ਇਹ ਤਿੰਨੋਂ ਝੂਠ ਬੋਲ ਰਹੇ ਹਨ। ਉਦੋਂ ਮਾਤਾ ਨੇ ਕਿਹਾ ਤੁਸੀਂ ਝੂਠ ਬੋਲ ਰਹੇ ਹੋ, ਆਪ ਜੀ ਸੁਣ ਰਹੇ ਹੋ। ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 267 ਆਕਾਸ਼ਬਾਣੀ ਹੋਈ ਹੈ ਕਿ ਇਹਨਾਂ ਨੂੰ ਕੋਈ ਦਰਸ਼ਨ ਨਹੀਂ ਹੋਏ। ਇਹ ਗੱਲ ਸੁਣ ਕੇ ਬ੍ਰਹਮਾ ਨੇ ਕਿਹਾ ਕਿ ਮਾਤਾ ਜੀ ਮੈਂ ਪ੍ਰਤੀਗਿਆ ਕਰਕੇ ਪਿਤਾ ਦੀ ਖੋਜ ਕਰਨ ਗਿਆ ਸੀ, ਪਰੰਤੂ ਪਿਤਾ ਯਾਨੀ ਬ੍ਰਹਮ ਦੇ ਦਰਸ਼ਨ ਹੋਏ ਨਹੀਂ। ਆਪ ਦੇ ਕੋਲ ਆਉਣ ਵਿੱਚ ਸ਼ਰਮ ਲੱਗ ਰਹੀ ਸੀ, ਇਸ ਲਈ ਅਸੀਂ ਝੂਠ ਬੋਲ ਦਿੱਤਾ। ਉਦੋਂ ਮਾਤਾ ਯਾਨੀ ਦੁਰਗਾ ਨੇ ਕਿਹਾ ਹੁਣ ਮੈਂ ਤੈਨੂੰ ਸ਼ਰਾਪ ਦਿੰਦੀ ਹਾਂ। ਬ੍ਰਹਮਾ ਨੂੰ ਸ਼ਰਾਪ, ਤੇਰੀ ਪੂਜਾ ਜੱਗ ਵਿੱਚ ਨਹੀਂ ਹੋਵੇਗੀ। ਅੱਗੇ ਤੇਰੇ ਵੰਸ਼ਜ ਹੋਣਗੇ, ਉਹ ਬਹੁਤ ਪਾਖੰਡ ਕਰਨਗੇ, ਝੂਠੀ ਗੱਲ ਬਣਾ ਕੇ ਯੱਗ ਨੂੰ ਠੱਗਣਗੇ। ਉੱਪਰੋਂ ਤਾਂ ਕਰਮ ਕਾਂਡ ਕਰਦੇ ਦਿਖਾਈ ਦੇਣਗੇ, ਅੰਦਰ ਤੋਂ ਵਿਕਾਰ ਕਰਨਗੇ, ਪੁਰਾਣਾਂ ਨੂੰ ਪੜ੍ਹ ਕੇ ਸੁਣਾਇਆ ਕਰਨਗੇ, ਪਰ ਆਪ ਨੂੰ ਗਿਆਨ ਨਹੀਂ ਹੋਵੇਗਾ ਕਿ ਸਦ ਗ੍ਰੰਥਾਂ ਵਿੱਚ ਅਸਲੀਅਤ ਕੀ ਹੈ। ਫਿਰ ਵੀ ਮਾਨ ਵਸ ਅਤੇ ਧਨ ਪ੍ਰਾਪਤੀ ਦੇ ਲਈ ਗੁਰੂ ਬਣ ਕੇ ਅਨੁਆਇਆਂ ਨੂੰ ਲੋਕ ਵੇਦ ਯਾਨੀ ਸ਼ਾਸਤਰ ਵਿਰੁੱਧ ਦੰਦ ਕਥਾ ਸੁਣਾਇਆ ਕਰਨਗੇ। ਦੇਵੀ ਦੇਵਤਿਆਂ ਦੀ ਪੂਜਾ ਕਰਕੇ ਅਤੇ ਕਰਵਾ ਕੇ ਦੂਸਰਿਆਂ ਦੀ ਨਿੰਦਾ ਕਰਕੇ ਕਸ਼ਟ ਤੇ ਕਸ਼ਟ ਭੋਗਣਗੇ। ਜੋ ਉਹਨਾਂ ਦੇ ਅਨੁਯਾਈ ਹੋਣਗੇ ਉਹਨਾਂ ਨੂੰ ਪਰਮਾਰਥ ਨਹੀਂ ਦੱਸਣਗੇ, ਦਖਸ਼ਣਾ ਦੇ ਲਈ ਜੱਗ ਨੂੰ ਗੁੰਮਰਾਹ ਕਰਦੇ ਰਹਿਣਗੇ। ਆਪਣੇ ਆਪ ਨੂੰ ਸਭ ਤੋਂ ਚੰਗਾ ਮੰਨਣਗੇ, ਦੂਸਰਿਆਂ ਨੂੰ ਨੀਚਾ ਸਮਝਣਗੇ। ਜਦੋਂ ਮਾਤਾ ਦੇ ਮੂੰਹ ਵਿੱਚੋਂ ਇਹ ਸੁਣਿਆ ਤਾਂ ਬ੍ਰਹਮਾ ਮੂਰਛਿਤ ਹੋ ਕੇ ਜ਼ਮੀਨ ਉੱਤੇ ਡਿੱਗ ਗਿਆ। ਬਹੁਤ ਸਮੇਂ ਬਾਅਦ ਹੋਸ਼ ਵਿੱਚ ਆਇਆ। ਗਾਇਤਰੀ ਨੂੰ ਸ਼ਰਾਪ, ਤੇਰੇ ਕਈ ਸਾਂਧ ਪਤੀ ਹੋਣਗੇ, ਤੂੰ ਮ੍ਰਿਤਲੋਕ ਵਿੱਚ ਗਾਂ ਬਣੇਗੀ। ਪੋਹਪਵਤੀ ਨੂੰ ਸ਼ਰਾਪ, ਤੇਰੀ ਜਗ੍ਹਾ ਗੰਦਗੀ ਵਿੱਚ ਹੋਵੇਗੀ, ਤੇਰੇ ਫੁੱਲਾਂ ਨੂੰ ਕੋਈ ਪੂਜਾ ਵਿੱਚ ਨਹੀਂ ਲਿਆਏਗਾ। ਇਸ ਝੂਠੀ ਗਵਾਹੀ ਦੇ ਕਾਰਨ ਤੈਨੂੰ ਇਹ ਨਰਕ ਭੋਗਣਾ ਹੋਏਗਾ। ਤੇਰਾ ਨਾਮ ਕੇਵੜਾ ਕੇਤਕੀ ਹੋਵੇਗਾ। ਹਰਿਆਣਾ ਵਿੱਚ ਕਸੌਦੀ ਕਹਿੰਦੇ ਹਨ। ਇਹ ਗੰਦਗੀ ਯਾਨੀ ਕੁਰੜੀਆਂ ਵਾਲੀ ਜਗ੍ਹਾ ਤੇ ਹੁੰਦੀ ਹੈ। ਇਸ ਪ੍ਰਕਾਰ ਤਿੰਨਾਂ ਨੂੰ ਸ਼ਰਾਪ ਦੇ ਕੇ ਮਾਤਾ ਭਵਾਨੀ ਬਹੁਤ ਪਛਤਾਈ। ਇਸ ਪ੍ਰਕਾਰ ਪਹਿਲਾਂ ਤਾਂ ਜੀਵ ਬਿਨਾਂ ਸੋਚੇ ਮਨ ਯਾਨੀ ਕਾਲ ਨਿਰੰਜਨ ਦੇ ਪ੍ਰਭਾਵ ਨਾਲ ਗਲਤ ਕੰਮ ਕਰ ਦਿੰਦਾ ਹੈ, ਪਰੰਤੂ ਜਦੋਂ ਆਤਮਾ ਯਾਨੀ ਸਤਪੁਰਸ਼ ਅੰਸ਼ ਦੇ ਪ੍ਰਭਾਵ ਨਾਲ ਉਸ ਨੂੰ ਗਿਆਨ ਹੁੰਦਾ ਹੈ ਤਾਂ ਪਿੱਛੋਂ ਪਛਤਾਉਣਾ ਪੈਂਦਾ ਹੈ। ਜਿਸ ਪ੍ਰਕਾਰ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਛੋਟੀ ਜਿਹੀ ਗਲਤੀ ਦੇ ਕਾਰਨ ਤਾੜਦੇ ਹਨ ਕ੍ਰੋਧਵਸ ਹੋ ਕੇ, ਪਰੰਤੂ ਬਾਅਦ ਵਿੱਚ ਬਹੁਤ ਪਛਤਾਉਂਦੇ ਹਨ। ਇਹ ਪ੍ਰਕਿਰਿਆ ਮਨ ਯਾਨੀ ਕਾਲ ਨਿਰੰਜਨ ਦੇ ਪ੍ਰਭਾਵ ਨਾਲ ਸਾਰੇ ਜੀਵਾਂ ਵਿੱਚ ਕਿਰਿਆਵਾਨ ਹੋ ਰਹੀ ਹੈ। ਹਾਂ, ਇੱਥੇ ਇੱਕ ਗੱਲ ਖਾਸ ਹੈ ਕਿ ਨਿਰੰਜਨ ਯਾਨੀ ਕਾਲ ਬ੍ਰਹਮ ਨੇ ਵੀ ਆਪਣਾ ਕਾਨੂੰਨ ਬਣਾ ਰੱਖਿਆ ਹੈ ਕਿ ਜੇਕਰ ਕੋਈ ਜੀਵ ਕਿਸੇ ਦੁਰਬਲ ਜੀਵ ਨੂੰ ਸਤਾਏਗਾ, ਉਸ ਨੂੰ ਉਸ ਦਾ ਬਦਲਾ ਦੇਣਾ ਪਵੇਗਾ। ਜਦੋਂ ਭਵਾਨੀ ਯਾਨੀ ਪ੍ਰਕਿਰਤੀ ਅਸ਼ਟੰਗੀ ਨੇ ਕਿਹਾ ਕਿ ਬ੍ਰਹਮਾ, ਗਾਇਤਰੀ ਅਤੇ ਪੋਹਪਵਤੀ ਨੂੰ ਸ਼ਰਾਪ ਦਿੱਤਾ
ਤਾਂ ਅਲਖ ਨਿਰੰਜਨ ਯਾਨੀ ਬ੍ਰਹਮਕਾਲ ਨੇ ਕਿਹਾ ਕਿ ਹੇ ਭਵਾਨੀ ਯਾਨੀ ਪ੍ਰਕਿਰਤੀ ਅਸ਼ਟੰਗੀ, ਇਹ ਤੁਸੀਂ ਚੰਗਾ ਨਹੀਂ ਕੀਤਾ। ਹੁਣ ਮੈਂ ਨਿਰੰਜਨ ਆਪ ਨੂੰ ਸ਼ਰਾਪ ਦਿੰਦਾ ਹਾਂ ਕਿ ਦੁਆਪਰ ਯੁੱਗ ਵਿੱਚ ਤੇਰੇ ਵੀ 5 ਪਤੀ ਹੋਣਗੇ। ਦ੍ਰੋਪਦੀ ਹੀ ਦੁਰਗਾ ਅਵਤਾਰ ਹੋਈ ਹੈ। ਜਦੋਂ ਆਕਾਸ਼ਬਾਣੀ ਸੁਣੀ ਤਾਂ ਆਦਿ ਮਾਇਆ ਨੇ ਕਿਹਾ ਕਿ ਹੇ ਜੋਤੀ ਨਿਰੰਜਨ ਯਾਨੀ ਕਾਲ, ਮੈਂ ਤੇਰੇ ਵੱਸ ਪਈ ਹੋਈ ਹਾਂ, ਜੋ ਚਾਹੇ ਕਰ ਲੈ। ਸ੍ਰਿਸ਼ਟੀ ਰਚਨਾ ਵਿੱਚ ਹੋਰ ਨਾਮਾਂ ਦਾ ਵਾਰ-ਵਾਰ ਲਿਖਣ ਦਾ ਉਦੇਸ਼ ਹੈ ਕਿ ਪੁਰਾਣਾ ਗੀਤਾ ਅਤੇ ਵੇਦਾਂ ਵਿੱਚ ਪ੍ਰਮਾਣ ਦੇਖਦੇ ਸਮੇਂ ਭਰਨ ਉਤਪੰਨ ਨਹੀਂ ਹੋਏਗਾ। ਜਿਵੇਂ ਗੀਤਾ ਅਧਿਆਇ 14 ਸ਼ਲੋਕ 3 ਅਤੇ 4 ਵਿੱਚ ਕਾਲ ਬ੍ਰਹਮ ਨੇ ਕਿਹਾ ਹੈ ਕਿ ਪ੍ਰਕਿਰਤੀ ਤਾਂ ਗਰਭ ਧਾਰਨ ਕਰਨ ਵਾਲੀ ਸਭ ਜੀਵਾਂ ਦੀ ਮਾਤਾ ਹੈ, ਮੈਂ ਉਸ ਦੇ ਗਰਭ ਵਿੱਚ ਬੀਜ ਸਥਾਪਿਤ ਕਰਨ ਵਾਲਾ ਪਿਤਾ ਹਾਂ। ਗੀਤਾ ਅਧਿਆਇ 4 ਸ਼ਲੋਕ 4 ਵਿੱਚ ਕਿਹਾ ਹੈ ਕਿ ਪ੍ਰਕਿਰਤੀ ਤੋਂ ਉਤਪੰਨ ਤਿੰਨੋਂ ਗੁਣ ਜੀਵ ਆਤਮਾ ਨੂੰ ਕਰਮਾਂ ਦੇ ਬੰਧਨ ਵਿੱਚ ਬੰਨ੍ਹਦੇ ਹਨ। ਲੇਖ ਸਮਾਪਤ। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 268। इस प्रकरण विच प्रकृति ता दुर्गा है ਅਤੇ ਤਿੰਨੋਂ ਗੁਣ ਤਿੰਨੋਂ ਦੇਵਤਾ ਯਾਨੀ ਰਜਗੁਣ ਬ੍ਰਹਮਾ, ਸਤਗੁਣ ਵਿਸ਼ਨੂੰ ਅਤੇ ਤਮਗੁਣ ਸ਼ਿਵ ਦੇ ਸੰਕੇਤਿਕ ਨਾਮ ਹਨ। ਵਿਸ਼ਨੂੰ ਦਾ ਆਪਣੇ ਪਿਤਾ ਯਾਨੀ ਕਾਲ ਬ੍ਰਹਮਾ ਦੀ ਪ੍ਰਾਪਤੀ ਦੇ ਲਈ ਪ੍ਰਸਥਾਨ ਅਤੇ ਮਾਤਾ ਦਾ ਆਸ਼ੀਰਵਾਦ ਪਾਉਣਾ। ਇਸ ਦੇ ਬਾਅਦ ਵਿਸ਼ਨੂੰ ਨੂੰ ਪ੍ਰਕਿਰਤੀ ਨੇ ਕਿਹਾ ਕਿ ਪੁੱਤਰ ਤੂੰ ਵੀ ਆਪਣੇ ਪਿਤਾ ਦਾ ਪਤਾ ਲਗਾ ਲੈ। ਉਦੋਂ ਵਿਸ਼ਨੂੰ ਆਪਣੇ ਪਿਤਾ ਜੀ ਕਾਲ ਯਾਨੀ ਬ੍ਰਹਮ ਦਾ ਪਤਾ ਕਰਦੇ ਪਤਾਲ ਲੋਕ ਵਿੱਚ ਚਲੇ ਗਏ, ਜਿੱਥੇ ਸ਼ੇਸ਼ਨਾਗ ਸੀ। ਉਸਨੇ ਵਿਸ਼ਨੂੰ ਨੂੰ ਆਪਣੀ ਸੀਮਾ ਵਿੱਚ ਪ੍ਰਵੇਸ਼ ਕੀਤਾ ਦੇਖ ਕੇ ਕ੍ਰੋਧਿਤ ਹੋ ਕੇ ਵਿਸ਼ ਭਰਿਆ ਫੁਨਕਾਰਾ ਮਾਰਿਆ। ਉਸ ਦੇ ਵਿਸ਼ ਦੇ ਪ੍ਰਭਾਵ ਨਾਲ ਵਿਸ਼ਨੂੰ ਜੀ ਦਾ ਰੰਗ ਸ਼ਾਂਵਲਾ ਹੋ ਗਿਆ, ਜਿਸ ਤਰ੍ਹਾਂ ਸਪਰੇਅ ਪੇਂਟ ਹੋ ਜਾਂਦਾ ਹੈ। ਉਦੋਂ ਵਿਸ਼ਨੂੰ ਨੇ ਚਾਹਿਆ ਕਿ ਇਸ ਨਾਗ ਨੂੰ ਸਜ਼ਾ ਦੇਣੀ ਚਾਹੀਦੀ ਹੈ। ਜੋਤੀ ਨਿਰੰਜਨ ਯਾਨੀ ਕਾਲ ਨੇ ਦੇਖਿਆ ਕਿ ਵਿਸ਼ਨੂੰ ਨੂੰ ਸ਼ਾਂਤ ਕਰਨਾ ਚਾਹੀਦਾ ਹੈ। ਉਦੋਂ ਆਕਾਸ਼ਬਾਣੀ ਹੋਈ ਕਿ ਵਿਸ਼ਨੂੰ ਹੁਣ ਤੂੰ ਆਪਣੀ ਮਾਤਾ ਜੀ ਦੇ ਕੋਲ ਜਾ ਅਤੇ ਸੱਚ-ਸੱਚ ਸਾਰਾ ਵਰਣਨ ਦੱਸ ਦੇਵੀ ਅਤੇ ਜੋ ਕਸ਼ਟ ਆਪ ਨੂੰ ਸ਼ੇਸ਼ਨਾਗ ਤੋਂ ਹੋਇਆ ਹੈ, ਇਸ ਦਾ ਬਦਲਾ ਦੁਆਪਰ ਯੁੱਗ ਵਿੱਚ ਲੈਣਾ ਆਪ ਯਾਨੀ ਵਿਸ਼ਨੂੰ ਤਾਂ ਕ੍ਰਿਸ਼ਨ ਅਵਤਾਰ ਧਾਰਨ ਕਰੋਗੇ ਅਤੇ ਕਾਲੀਦਹ ਵਿੱਚ ਕਾਲ ਇੰਦਰੀ ਨਾਮਕ ਨਾਗ ਸ਼ੇਸ਼ਨਾਗ ਦਾ ਅਵਤਾਰ ਹੋਵੇਗਾ। ਊਚ ਹੋਈ ਕੇ ਨੀਚ ਸਤਾਵੈ ਤਾਕਰ ਓਇਲ ਬਦਲਾ ਮੋਹੀ ਸੋ ਪਾਵੈ, ਜੋ ਜੀਵ ਦੇਵੇ ਪੀਰ ਪੁਨੀ ਕਾਹੂ ਹਮ ਪੁਨੀ ਓਇਲ ਦਿਵਾਵੇ ਤਾਹੂਨ। ਉਦੋਂ ਵਿਸ਼ਨੂੰ ਜੀ ਮਾਤਾ ਜੀ ਦੇ ਕੋਲ ਆਏ ਅਤੇ ਸੱਚ-ਸੱਚ ਕਹਿ ਦਿੱਤਾ ਕਿ ਮੈਨੂੰ ਪਿਤਾ ਜੀ ਦੇ ਦਰਸ਼ਨ ਨਹੀਂ ਹੋਏ। ਇਸ ਗੱਲ ਤੇ ਮਾਤਾ ਯਾਨੀ ਪ੍ਰਕਿਰਤੀ ਬਹੁਤ ਪ੍ਰਸੰਨ ਹੋਈ ਅਤੇ ਕਿਹਾ ਕਿ ਪੁੱਤਰ ਤੂੰ ਸਤਿਆਵਾਦੀ ਹੈ। ਹੁਣ ਮੈਂ ਆਪਣੀ ਸ਼ਕਤੀ ਨਾਲ ਆਪ ਨੂੰ ਤੇਰੇ ਪਿਤਾ ਨੂੰ ਮਿਲਾਉਂਦੀ ਹਾਂ ਅਤੇ ਤੇਰੇ ਮਨ ਦਾ ਸੰਸ਼ਾ ਸਮਾਪਤ ਕਰਦੀ ਹਾਂ। ਕਬੀਰ ਦੇਖ ਪੁੱਤਰ ਤੋਹੇ ਪਿਤਾ ਪਿਟਾਊ ਤੌਰੇ ਮਨ ਕਾ ਧੋਖਾ ਮਿਟਾਊ, ਮਨ ਸਵਰੂਪ ਕਰਤਾ ਕਹਿ ਜਾਨੋ ਮਨ ਤੇ ਦੂਜਾ ਔਰ ਨਾ ਮਾਨੋ। ਸਵਰਗ ਪਾਤਾਲ ਦੌਰ ਮਨ ਕੇਰਾ, ਮਨ ਅਸਥੀਰ ਮਨ ਹੈ ਅਨੇਰਾ, निरंकार मन ही कहिए मन की आस निश दिन रहिए, देखूं पलट सुन महजयोती जहां चिलमिल चालर होती। इस प्रकार माता यानी प्रकृति अष्टंगी ने विष्णु ਨੂੰ ਕਿਹਾ ਕਿ ਮਨ ਹੀ ਯੱਗ ਦਾ ਕਰਤਾ ਹੈ। ਇਹ ਜੋਤੀ ਨਿਰੰਜਨ ਹੈ। ਧਿਆਨ ਵਿੱਚ ਜੋ 1000 ਜੋਤੀਆਂ ਨਜ਼ਰ ਆਉਂਦੀਆਂ ਹਨ, ਉਹ ਉਸ ਦਾ ਰੂਪ ਹੈ ਜੋ ਸ਼ੰਖ ਘੰਟਾ ਆਦਿ ਦਾ ਵਾਜਾ ਸੁਣਿਆ। ਇਹ ਮਹਾਂਸਵਰਗ ਵਿੱਚ ਨਿਰੰਜਨ ਦਾ ਹੀ ਵੱਜ ਰਿਹਾ ਹੈ। ਉਦੋਂ ਪ੍ਰਕਿਰਤੀ ਯਾਨੀ ਅਸ਼ਟੰਗੀ ਨੇ ਕਿਹਾ ਕਿ ਹੇ ਪੁੱਤਰ ਤੂੰ ਸਭ ਦੇਵਾਂ ਦੇ ਸਿਰਤਾਜ ਹੋ ਅਤੇ ਤੇਰੀ ਹਰ ਕਾਮਨਾ ਅਤੇ ਕਾਰਜ ਮੈਂ ਪੂਰਨ ਕਰਾਂਗੀ। ਤੇਰੀ ਪੂਜਾ ਸਰਵ ਜਗਤ ਵਿੱਚ ਹੋਵੇਗੀ। ਆਪ ਨੇ ਮੈਨੂੰ ਸੱਚ-ਸੱਚ ਦੱਸਿਆ ਹੈ। ਕਾਲ ਦੇ 21 ਬ੍ਰਹਿਮੰਡ ਦੇ ਪ੍ਰਾਣੀਆਂ ਦੀ ਇੱਕ ਵਿਸ਼ੇਸ਼ ਆਦਤ ਹੈ ਕਿ ਆਪਣੀ ਬੇਅਰਥ ਮਹਿਮਾ ਬਣਾਉਂਦਾ ਹੈ। ਜਿਵੇਂ ਦੁਰਗਾ ਜੀ ਵਿਸ਼ਨੂੰ ਜੀ ਨੂੰ ਕਹਿ ਰਹੀ ਹੈ ਕਿ ਤੇਰੀ ਪੂਜਾ ਜਗਤ ਵਿੱਚ ਹੋਵੇਗੀ। ਮੈਂ ਤੈਨੂੰ ਤੇਰੇ ਪਿਤਾ ਜੀ ਦੇ ਦਰਸ਼ਨ ਕਰਵਾ ਦਿੱਤੇ ਹਨ। ਦੁਰਗਾ ਨੇ ਕੇਵਲ ਪ੍ਰਕਾਸ਼ ਦਿਖਾ ਕੇ ਵਿਸ਼ਨੂੰ ਜੀ ਨੂੰ ਬਹਿਕਾ ਦਿੱਤਾ। ਸ੍ਰੀ ਵਿਸ਼ਨੂੰ ਜੀ ਵੀ ਪ੍ਰਭੂ ਦੀ ਇਹ ਸਥਿਤੀ ਆਪਣੇ ਅਨੁਯਾਈਆਂ ਨੂੰ ਸਮਝਾਉਣ ਲੱਗੇ ਕਿ ਪਰਮਾਤਮਾ ਦਾ ਕੇਵਲ ਪ੍ਰਕਾਸ਼ ਦਿਖਾਈ ਦਿੰਦਾ ਹੈ, ਪਰਮਾਤਮਾ ਨਿਰਾਕਾਰ ਹੈ। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 269। ਇਸ ਦੇ ਬਾਅਦ ਭਵਾਨੀ ਰੂਦਰ ਯਾਨੀ ਮਹੇਸ਼ ਜੀ ਦੇ ਕੋਲ ਗਈ ਅਤੇ ਕਿਹਾ ਕਿ ਮਹੇਸ਼ ਤੂੰ ਵੀ ਕਰ ਲੈ ਆਪਣੇ ਪਿਤਾ ਜੀ ਦੀ ਖੋਜ। ਤੇਰੇ ਦੋਨੋਂ ਭਾਈਆਂ ਨੂੰ ਤੇਰੇ ਪਿਤਾ ਜੀ ਦੇ ਦਰਸ਼ਨ ਨਹੀਂ ਹੋਏ। ਉਹਨਾਂ ਨੂੰ ਜੋ ਦੇਣਾ ਸੀ ਉਹ ਪ੍ਰਦਾਨ ਕਰ ਦਿੱਤਾ ਹੈ। ਹੁਣ ਆਪ ਮੰਗੋ ਜੋ ਮੰਗਣਾ ਹੈ। ਉਦੋਂ ਮਹੇਸ਼ ਨੇ ਕਿਹਾ ਕਿ ਹੇ ਜਨਨੀ, ਜੇਕਰ ਮੇਰੇ ਦੋਨੋਂ ਵੱਡੇ ਭਾਈਆਂ ਨੂੰ ਪਿਤਾ ਦੇ ਦਰਸ਼ਨ ਨਹੀਂ ਹੋਏ ਫਿਰ ਤਾਂ ਯਤਨ ਕਰਨਾ ਬੇਅਰਥ ਹੈ। ਕਿਰਪਾ ਮੈਨੂੰ ਐਸਾ ਵਰ ਦੇਵੋ ਕਿ ਮੈਂ ਅਮਰ ਯਾਨੀ ਮ੍ਰਿਤੂੰਜਯ ਹੋ ਜਾਵਾਂ
ਉਦੋਂ ਮਾਤਾ ਨੇ ਕਿਹਾ ਕਿ ਇਹ ਮੈਂ ਨਹੀਂ ਕਰ ਸਕਦੀ। ਹਾਂ, ਯੁਕਤੀ ਦੱਸ ਸਕਦੀ ਹਾਂ ਜਿਸ ਨਾਲ ਤੇਰੀ ਉਮਰ ਲੰਬੀ ਬਣੀ ਰਹੇਗੀ। ਵਿਧੀ ਯੋਗ ਸਮਾਧੀ ਹੈ, ਇਸ ਲਈ ਮਹਾਦੇਵ ਜੀ ਜ਼ਿਆਦਾਤਰ ਸਮਾਧੀ ਵਿੱਚ ਰਹਿੰਦੇ ਹਨ। ਇਸ ਪ੍ਰਕਾਰ ਮਾਤਾ ਯਾਨੀ ਅਸ਼ਟਾਂਗੀ ਯਾਨੀ ਪ੍ਰਕਿਰਤੀ ਨੇ ਤਿੰਨੋਂ ਪੁੱਤਰਾਂ ਨੂੰ ਵਿਭਾਗ ਵੰਡ ਦਿੱਤੇ। ਭਗਵਾਨ ਬ੍ਰਹਮਾ ਜੀ ਨੂੰ ਕਾਲ ਲੋਕ ਦੇ 184 ਦੇ ਚੋਲੇ ਯਾਨੀ ਸਰੀਰ ਰਚਨ ਯਾਨੀ ਬਣਾਉਣ ਦਾ ਅਰਥਾਤ ਰਜੋਗੁਣ ਪ੍ਰਭਾਵਿਤ ਕਰਕੇ ਸੰਤਾਨ ਉਤਪੱਤੀ ਦੇ ਲਈ ਬੇਵਸ ਕਰਕੇ ਜੀਵ ਉਤਪੱਤੀ ਕਰਾਉਣ ਦਾ ਵਿਭਾਗ ਪ੍ਰਦਾਨ ਕੀਤਾ। ਭਗਵਾਨ ਵਿਸ਼ਨੂੰ ਜੀ ਨੂੰ ਇਹਨਾਂ ਜੀਵਾਂ ਦੇ ਪਾਲਣ ਪੋਸ਼ਣ ਕਰਮ ਅਨੁਸਾਰ ਕਰਨੇ ਅਤੇ ਮੋਹ ਮਮਤਾ ਪੈਦਾ ਕਰਕੇ ਸਥਿਤੀ ਬਣਾਏ ਰੱਖਣ ਦਾ ਵਿਭਾਗ ਦਿੱਤਾ। ਭਗਵਾਨ ਸ਼ਿਵ ਸ਼ੰਕਰ ਯਾਨੀ ਮਹਾਦੇਵ ਨੂੰ ਸੰਹਾਰ ਕਰਨ ਦਾ ਵਿਭਾਗ ਪ੍ਰਦਾਨ ਕੀਤਾ, ਕਿਉਂਕਿ ਇਹਨਾਂ ਦੇ ਪਿਤਾ ਨਿਰੰਜਨ ਨੂੰ 1 ਲੱਖ ਮਾਨਵ ਸਰੀਰ ਧਾਰੀ ਜੀਵ ਪ੍ਰਤੀ ਦਿਨ ਖਾਣੇ ਪੈਂਦੇ ਹਨ। ਇੱਥੇ ਮਨ ਵਿੱਚ ਇੱਕ ਪ੍ਰਸ਼ਨ ਉਤਪੰਨ ਹੋਏਗਾ ਕਿ ਬ੍ਰਹਮਾ, ਵਿਸ਼ਨੂੰ ਅਤੇ ਸ਼ੰਕਰ ਜੀ ਤੋਂ ਉਤਪੱਤੀ, ਸਥਿਤੀ ਅਤੇ ਸੰਹਾਰ ਕਿਵੇਂ ਹੁੰਦਾ ਹੈ? ਇਹ ਤਿੰਨੋਂ ਆਪਣੇ ਆਪਣੇ ਲੋਕ ਵਿੱਚ ਰਹਿੰਦੇ ਹਨ। ਜਿਵੇਂ ਅੱਜਕੱਲ ਸੰਚਾਰ ਪ੍ਰਣਾਲੀ ਨੂੰ ਚਲਾਉਣ ਦੇ ਲਈ ਉਪਗ੍ਰਹਿ ਨੂੰ ਉੱਪਰ ਆਸਮਾਨ ਵਿੱਚ ਛੱਡ ਦਿੱਤਾ ਜਾਂਦਾ ਹੈ ਅਤੇ ਉਹ ਨੀਚੇ ਪ੍ਰਿਥਵੀ ਉੱਪਰ ਸੰਚਾਰ ਪ੍ਰਣਾਲੀ ਨੂੰ ਚਲਾਉਂਦੇ ਹਨ, ਠੀਕ ਇਸ ਹੀ ਪ੍ਰਕਾਰ ਇਹ ਤਿੰਨੋਂ ਦੇਵ ਇੱਥੇ ਵੀ ਰਹਿੰਦੇ ਹਨ। ਇਹਨਾਂ ਦੇ ਸਰੀਰ ਤੋਂ ਨਿਕਲਣ ਵਾਲੇ ਸੂਖਸ਼ਮ ਗੁਣ ਦੀਆਂ ਤਰੰਗਾਂ ਤਿੰਨੋਂ ਲੋਕਾਂ ਵਿੱਚ ਆਪਣੇ ਆਪ ਹਰ ਪ੍ਰਾਣੀ ਉੱਪਰ ਪ੍ਰਭਾਵ ਬਣਾਏ ਰਹਿੰਦੀ ਹੈ। ਉਪਰੋਕਤ ਵਰਣਨ ਇੱਕ ਬ੍ਰਹਿਮੰਡ ਵਿੱਚ ਬ੍ਰਹਮ ਯਾਨੀ ਕਾਲ ਦੀ ਰਚਨਾ ਦਾ ਹੈ। ਐਸੇ ਛਰ ਪੁਰਸ਼ ਯਾਨੀ ਕਾਲ ਦੇ 21 ਬ੍ਰਹਿਮੰਡ ਹਨ, ਪਰੰਤੂ ਛਰ ਪੁਰਸ਼ ਯਾਨੀ ਕਾਲ ਸਵੈਮ ਵਿਅਕਤ ਨਹੀਂ ਹੁੰਦਾ, ਅਰਥਾਤ ਵਾਸਤਵਿਕ ਸਰੀਰ ਰੂਪ ਵਿੱਚ ਸਭ ਦੇ ਸਾਹਮਣੇ ਨਹੀਂ ਆਉਂਦਾ। ਉਸ ਨੂੰ ਪ੍ਰਾਪਤ ਕਰਨ ਦੇ ਲਈ ਤਿੰਨੋਂ ਦੇਵਤਾ ਯਾਨੀ ਬ੍ਰਹਮਾ ਜੀ, ਵਿਸ਼ਨੂੰ ਜੀ, ਸ਼ਿਵ ਜੀ ਵੇਦਾਂ ਵਿੱਚ ਵਰਣਿਤ ਵਿਧੀ ਅਨੁਸਾਰ ਸਾਧਨਾ ਕਰਨ ਤੇ ਵੀ ਬ੍ਰਹਮ ਯਾਨੀ ਕਾਲ ਦੇ ਦਰਸ਼ਨ ਨਹੀਂ ਹੋਏ। ਬਾਅਦ ਵਿੱਚ ਰਿਸ਼ੀਆਂ ਨੇ ਵੇਦਾਂ ਨੂੰ ਪੜ੍ਹਿਆ ਪਰੰਤੂ ਨਹੀਂ ਸਮਝ ਸਕੇ, ਕਿਉਂਕਿ ਸਭ ਦੀ ਬੁੱਧੀ ਕਾਲ ਵਸ ਹੈ। ਵੇਦਾਂ ਵਿੱਚ ਲਿਖਿਆ ਹੈ ਕਿ ਅਗਨੇ ਤਨੂਰ ਅਸੇ ਪਵਿੱਤਰ ਯਜੁਰਵੇਦ ਅਧਿਆਇ 1 ਮੰਤਰ 15 ਪਰਮੇਸ਼ਵਰ ਸਹਿ ਸਰੀਰ ਹੈ ਅਤੇ ਪਵਿੱਤਰ ਯਜੁਰਵੇਦ ਅਧਿਆਇ 5 ਮੰਤਰ 1 ਵਿੱਚ ਲਿਖਿਆ ਹੈ ਕਿ ਅਗਨੇ ਤਨੂਰ ਅਸੇ ਵਿਸ਼ਣਵੇ ਤਵਾ ਸੋਮਸੈ ਤਨੂਰ ਅਸੇ। ਇਸ ਮੰਤਰ ਵਿੱਚ 2 ਵਾਰ ਵੇਦ ਗਵਾਹੀ ਦੇ ਰਿਹਾ ਹੈ ਕਿ ਸਰਵ ਵਿਆਪਕ ਸਰਵ ਪਾਲਣ ਕਰਤਾ ਸਤਪੁਰਸ਼ ਸਹਿ ਸਰੀਰ ਹੈ। ਪਵਿੱਤਰ ਯਜੁਰਵੇਦ ਅਧਿਆਇ 40 ਮੰਤਰ 8 ਵਿੱਚ ਕਿਹਾ ਹੈ ਕਿ ਕਬੀਰ ਮਨੀਸ਼ੀ ਯਾਨੀ ਜਿਸ ਪਰਮੇਸ਼ਵਰ ਦੀ ਸਰਵ ਪ੍ਰਾਣੀਆਂ ਨੂੰ ਚਾਹ ਹੈ ਉਹ ਕਬੀਰ ਅਰਥਾਤ ਕਬੀਰ ਹੈ। ਉਸ ਦਾ ਸਰੀਰ ਬਿਨਾ ਨਾੜੀ ਯਾਨੀ ਅਸਨਾਵਿਰਮ ਦਾ ਹੈ। ਸੁਕਰਮ ਅਕਾਇਮ ਯਾਨੀ ਵੀਰਜ ਤੋਂ ਬਣੀ 5 ਤੱਤ ਤੋਂ ਬਣੀ ਭੌਤਿਕ ਕਾਇਆ ਰਹਿਤ ਹੈ। ਉਹ ਸਭ ਦਾ ਮਾਲਕ ਸਰਵ ਉੱਪਰ ਸਤਲੋਕ ਵਿੱਚ ਵਿਰਾਜਮਾਨ ਹੈ। ਉਸ ਪਰਮੇਸ਼ਵਰ ਦਾ ਤੇਜਪੁੰਜ ਦਾ ਸਰਵਜਯੋਤੀ ਯਾਨੀ ਸਵੈਮ ਪ੍ਰਕਾਸ਼ਿਤ ਸਰੀਰ ਹੈ ਜੋ ਸ਼ਬਦ ਰੂਪ ਅਰਥਾਤ ਅਵਿਨਾਸ਼ੀ ਹੈ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤत्वदर्शी संत रामपाल जी महाराज द्वारा लिखित किताब जीने की राह दा पन्ना नंबर 270। ਉਹ ਕਬੀਰਦੇਵ ਯਾਨੀ ਕਬੀਰ ਪਰਮੇਸ਼ਵਰ ਹੈ ਜੋ ਸਰਵ ਬ੍ਰਹਿਮੰਡਾਂ ਦੀ ਰਚਨਾ ਕਰਨ ਵਾਲਾ ਵਿਅਤਤਾਤਾ ਯਾਨੀ ਸਰਵ ਬ੍ਰਹਿਮੰਡਾਂ ਦਾ ਰਚਨਹਾਰ, ਸਵੈਯੰਭੂ ਯਾਨੀ ਸਵੈਮ ਪ੍ਰਗਟ ਹੋਣ ਵਾਲਾ, ਯਥਾ ਤਥਯ ਹਰਥਾਨ ਯਾਨੀ ਵਾਸਤਵ ਵਿੱਚ ਸ਼ਾਸ਼ਵਤੇ ਪਹ ਯਾਨੀ ਅਵਿਨਾਸ਼ੀ ਹੈ। ਗੀਤਾ ਅਧਿਆਇ 15 ਸ਼ਲੋਕ 17 ਵਿੱਚ ਪ੍ਰਮਾਣ ਹੈ। ਭਾਵ ਅਰਥ ਹੈ ਕਿ ਪੂਰਨ ਬ੍ਰਹਮ ਦੇ ਸਰੀਰ ਦਾ ਨਾਮ ਕਬੀਰ ਯਾਨੀ ਕਬੀਰਦੇਵ ਹੈ। ਉਸ ਪਰਮੇਸ਼ਵਰ ਦਾ ਸਰੀਰ ਨੂਰ ਤੱਤਵ ਤੋਂ ਬਣਿਆ ਹੈ। ਪਰਮਾਤਮਾ ਦਾ ਸਰੀਰ ਅਤੀ ਸੂਖਸ਼ਮ ਹੈ ਜੋ ਉਸ ਸਾਧਕ ਨੂੰ ਦਿਖਾਈ ਦਿੰਦਾ ਹੈ ਜਿਸ ਦੀ ਦਿਵਯ ਦ੍ਰਿਸ਼ਟੀ ਖੁੱਲ ਚੁੱਕੀ ਹੈ। ਇਸ ਪ੍ਰਕਾਰ ਜੀਵ ਦਾ ਵੀ ਸੂਖਸ਼ਮ ਸਰੀਰ ਹੈ ਜਿਸ ਦੇ ਉੱਪਰ 5 ਤੱਤ ਦਾ ਖੋਲ ਯਾਨੀ ਕਵਰ ਅਰਥਾਤ 5 ਤੱਤ ਦੀ ਕਾਇਆ ਚੜੀ ਹੁੰਦੀ ਹੈ ਜੋ ਮਾਤਾ ਪਿਤਾ ਦੇ ਸੰਯੋਗ ਨਾਲ ਸੁਕਰਮ ਵੀਰਜ ਤੋਂ ਬਣੀ ਹੈ। ਸਰੀਰ ਤਿਆਗਣ ਤੋਂ ਪਿੱਛੋਂ ਜੀਵ ਜਿਸ ਵੀ ਜੂਨੀ ਵਿੱਚ ਜਾਂਦਾ ਹੈ ਜੀਵ ਦਾ ਸੂਖਸ਼ਮ ਸਰੀਰ ਨਾਲ ਰਹਿੰਦਾ ਹੈ। ਉਹ ਸਰੀਰ ਉਸ ਸਾਧਕ ਨੂੰ ਦਿਖਾਈ ਦਿੰਦਾ ਹੈ ਜਿਸ ਦੀ ਦਿਵਯ ਦ੍ਰਿਸ਼ਟੀ ਖੁੱਲ ਚੁੱਕੀ ਹੈ। ਇਸ ਪ੍ਰਕਾਰ ਪਰਮਾਤਮਾ ਦੀ ਸਾਕਾਰ ਸਥਿਤੀ ਨੂੰ ਸਮਝੋ। ਵੇਦਾਂ ਵਿੱਚ ਓਮ ਨਾਮ ਦੇ ਸਿਮਰਨ ਦਾ ਪ੍ਰਮਾਣ ਹੈ ਜੋ ਕੇਵਲ ਬ੍ਰਹਮ ਸਾਧਨਾ ਹੈ। ਇਸ ਆਦੇਸ਼ ਨਾਲ ਓਮ ਨਾਮ ਦੇ ਜਾਪ ਨੂੰ ਪੂਰਨ ਬ੍ਰਹਮ ਦਾ ਜਾਣ ਕੇ ਰਿਸ਼ੀਆਂ ਨੇ ਵੀ ਹਜ਼ਾਰਾਂ ਵਰਸ਼ ਹਠਯੋਗ ਯਾਨੀ ਸਮਾਧੀ ਲਗਾ ਕੇ ਕਰਕੇ ਪ੍ਰਭੂ ਪ੍ਰਾਪਤੀ ਦੀ ਕਾਮਨਾ ਕੀਤੀ, ਪਰੰਤੂ ਪ੍ਰਭੂ ਦਰਸ਼ਨ ਨਹੀਂ ਹੋਏ। ਸਿੱਧੀਆਂ ਪ੍ਰਾਪਤ ਹੋ ਗਈਆਂ। ਉਹਨਾਂ ਸਿੱਧੀ ਰੂਪੀ ਖਿਲੌਣਿਆਂ ਨਾਲ ਖੇਲ ਕੇ ਰਿਸ਼ੀ ਵੀ ਜਨਮ ਮਰਨ ਦੇ ਚੱਕਰ ਵਿੱਚ ਹੀ ਰਹਿ ਗਏ ਅਤੇ ਆਪਣੇ ਅਨੁਭਵ ਦੇ ਸ਼ਾਸਤਰਾਂ ਵਿੱਚ ਪਰਮਾਤਮਾ ਨੂੰ ਨਿਰਾਕਾਰ ਲਿਖ ਦਿੱਤਾ। ਬ੍ਰਹਮ ਯਾਨੀ ਕਾਲ ਨੇ ਪ੍ਰਤਿਗਿਆ ਕੀਤੀ ਹੈ ਕਿ ਮੈਂ ਆਪਣੇ ਅਸਲ ਰੂਪ ਵਿੱਚ ਕਿਸੇ ਨੂੰ ਦਰਸ਼ਨ ਨਹੀਂ ਦੇਵਾਂਗਾ, ਮੈਨੂੰ ਅਵਿਅਕਤ ਕਿਹਾ ਕਰਨਗੇ। ਅਵਿਅਕਤ ਦਾ ਭਾਵ ਅਰਥ ਹੈ ਕਿ ਕੋਈ ਆਕਾਰ ਵਿੱਚ ਹੈ ਪਰੰਤੂ ਵਿਅਕਤੀਗਤ ਰੂਪ ਵਿੱਚ ਦਰਸ਼ਨ ਨਹੀਂ ਦਿੰਦਾ।
ਜਿਸ ਤਰ੍ਹਾਂ ਆਕਾਸ਼ ਵਿੱਚ ਬੱਦਲ ਛਾ ਜਾਣ ਤੇ ਦਿਨ ਦੇ ਸਮੇਂ ਸੂਰਜ ਅਦ੍ਰਿਸ਼ ਹੋ ਜਾਂਦਾ ਹੈ। ਉਹ ਦ੍ਰਿਸ਼ਮਾਨ ਨਹੀਂ ਹੈ, ਪਰੰਤੂ ਵਾਸਤਵ ਵਿੱਚ ਬੱਦਲਾਂ ਦੇ ਪਾਰ ਜਿਉਦਾ ਤਿਉ ਹੈ। ਇਸ ਅਵਸਥਾ ਨੂੰ ਪਰੋਕਸ਼ ਕਹਿੰਦੇ ਹਨ। ਪ੍ਰਮਾਣ ਦੇ ਲਈ ਗੀਤਾ ਅਧਿਆਇ 7 ਸ਼ਲੋਕ 24 ਅਤੇ 25, ਅਧਿਆਇ 11 ਸ਼ਲੋਕ 47, 48 ਅਤੇ 32 ਵਿੱਚ ਪਵਿੱਤਰ ਗੀਤਾ ਜੀ ਬੋਲਣ ਵਾਲਾ ਬ੍ਰਹਮ ਯਾਨੀ ਕਾਲ ਸ੍ਰੀ ਕ੍ਰਿਸ਼ਨ ਜੀ ਦੇ ਸਰੀਰ ਵਿੱਚ ਪ੍ਰੇਤਵਤ ਪ੍ਰਵੇਸ਼ ਕਰਕੇ ਕਹਿ ਰਿਹਾ ਹੈ ਕਿ ਅਰਜੁਨ, ਮੈਂ ਵਧਿਆ ਹੋਇਆ ਕਾਲ ਹਾਂ ਅਤੇ ਸਰਵ ਨੂੰ ਖਾਣ ਦੇ ਲਈ ਆਇਆ ਹਾਂ। ਇਹ ਮੇਰਾ ਵਾਸਤਵਿਕ ਰੂਪ ਹੈ। ਇਸ ਨੂੰ ਤੇਰੇ ਇਲਾਵਾ ਨਾ ਤਾਂ ਕੋਈ ਪਹਿਲਾਂ ਦੇਖ ਸਕਿਆ ਅਤੇ ਨਾ ਕੋਈ ਅੱਗੇ ਦੇਖ ਸਕਦਾ, ਅਰਥਾਤ ਵੇਦਾਂ ਵਿੱਚ ਵਰਣਿਤ ਯੱਗ, ਜਪ, ਤਪ ਅਤੇ ਓਮ ਨਾਮ ਆਦਿ ਦੀ ਵਿਧੀ ਨਾਲ ਮੇਰੇ ਇਸ ਵਾਸਤਵਿਕ ਸਵਰੂਪ ਦੇ ਦਰਸ਼ਨ ਨਹੀਂ ਹੋ ਸਕਦੇ। ਅਧਿਆਇ 11 ਸ਼ਲੋਕ 32-48, ਮੈਂ ਕ੍ਰਿਸ਼ਨ ਨਹੀਂ ਹਾਂ। ਇਹ ਮੂਰਖ ਲੋਕ ਕ੍ਰਿਸ਼ਨ ਰੂਪ ਵਿੱਚ ਮੈਨੂੰ ਅਵਿਅਕਤ ਨੂੰ ਵਿਅਕਤ ਯਾਨੀ ਮਨੁੱਖ ਰੂਪ ਵਿੱਚ ਮੰਨ ਰਹੇ ਹਨ, ਕਿਉਂਕਿ ਇਹ ਮੇਰੇ ਘਟੀਆ ਨਿਯਮ ਤੋਂ ਅਪਰਿਚਿਤ ਹਨ ਕਿ ਮੈਂ ਕਦੀ ਵਾਸਤਵਿਕ ਇਸ ਕਾਲ ਰੂਪ ਵਿੱਚ ਸਭ ਦੇ ਸਾਹਮਣੇ ਨਹੀਂ ਆਉਂਦਾ, ਕਿਉਂਕਿ ਮੈਂ ਆਪਣੀ ਯੋਗ ਮਾਇਆ ਅਰਥਾਤ ਸਿੱਧੀ ਸ਼ਕਤੀ ਨਾਲ ਛੁਪਿਆ ਰਹਿੰਦਾ ਹਾਂ। ਗੀਤਾ ਅਧਿਆਇ 7 ਦਾ ਸ਼ਲੋਕ 24 ਅਤੇ 25, ਵਿਚਾਰ ਕਰੋ, ਆਪਣੇ ਛੁਪੇ ਰਹਿਣ ਵਾਲੇ ਵਿਧਾਨ ਨੂੰ ਸਵੈਮ ਅਸ਼੍ਰੇਸ਼ਠ ਯਾਨੀ ਅਨੁਤਮ ਕਿਉਂ ਕਹਿ ਰਿਹਾ ਹੈ। ਜੇਕਰ ਪਿਤਾ ਆਪਣੀ ਸੰਤਾਨ ਨੂੰ ਹੀ ਦਰਸ਼ਨ ਨਹੀਂ ਦਿੰਦਾ, ਉਸ ਵਿੱਚ ਕੋਈ ਤਰੁੱਟੀ ਹੈ ਜਿਸ ਕਾਰਨ ਉਹ ਛੁਪਿਆ ਹੈ ਅਤੇ ਸੁਵਿਧਾ ਵੀ ਪ੍ਰਦਾਨ ਕਰ ਰਿਹਾ ਹੈ। ਕਾਲ ਯਾਨੀ ਬ੍ਰਹਮ ਨੂੰ ਸ਼ਰਾਪ ਵਸ਼ 1 ਲੱਖ ਮਾਨਵ ਸਰੀਰ ਧਾਰੀ ਪ੍ਰਾਣੀਆਂ ਦਾ ਆਹਾਰ ਕਰਨਾ ਪੈਂਦਾ ਹੈ ਅਤੇ 25,000 ਪ੍ਰਤੀ ਦਿਨ ਜੋ ਅਧਿਕ ਉਤਪੰਨ ਹੁੰਦੇ ਹਨ, ਉਹਨਾਂ ਨੂੰ ਟਿਕਾਣੇ ਲਗਾਉਣ ਦੇ ਲਈ ਅਤੇ ਕਰਮ ਭੋਗ ਦਾ ਦੰਡ ਦੇਣ ਦੇ ਲਈ 84 ਲੱਖ ਜੂਨੀਆਂ ਦੀ ਵਿਵਸਥਾ ਕੀਤੀ ਹੋਈ ਹੈ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 271 ਬ੍ਰਹਮ ਲੋਕ ਦਾ ਲਘੂ ਚਿੱਤਰ ਦਿੱਤਾ ਹੋਇਆ ਹੈ, ਜਿਸ ਨੂੰ ਤੁਸੀਂ ਕਿਤਾਬ ਜੀਨੇ ਕੀ ਰਾਹ ਵਿੱਚ ਦੇਖ ਸਕਦੇ ਹੋ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 272 ਜੋਤ ਨਿਰੰਜਨ ਯਾਨੀ ਕਾਲ ਬ੍ਰਹਮ ਦੇ ਲੋਕ ਯਾਨੀ ਕਿ ਬ੍ਰਹਿਮੰਡ ਦਾ ਲਘੂ ਚਿੱਤਰ ਦਿੱਤਾ ਹੋਇਆ ਹੈ, ਜਿਸ ਨੂੰ ਤੁਸੀਂ ਕਿਤਾਬ ਜੀਨੇ ਕੀ ਰਾਹ ਵਿੱਚ ਦੇਖ ਸਕਦੇ ਹੋ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 273 ਜੇਕਰ ਸਭ ਦੇ ਸਾਹਮਣੇ ਬੈਠ ਕੇ ਕਿਸੇ ਦੀ ਪੁੱਤਰੀ, ਕਿਸੇ ਦੀ ਪਤਨੀ, ਕਿਸੇ ਦਾ ਪੁੱਤਰ ਮਾਤਾ ਪਿਤਾ ਨੂੰ ਖਾਵੇ ਤਾਂ ਸਭ ਨੂੰ ਕਾਲ ਬ੍ਰਹਮ ਨਾਲ ਘਿਰਣਾ ਹੋ ਜਾਵੇ ਅਤੇ ਜਦੋਂ ਵੀ ਕਦੇ ਪੂਰਨ ਪਰਮਾਤਮਾ ਕਬੀਰ ਅਗਨੀ ਯਾਨੀ ਕਬੀਰ ਪਰਮੇਸ਼ਵਰ ਸਵੈਮ ਆਉਣ ਜਾਂ ਆਪਣਾ ਕੋਈ ਸੰਦੇਸ਼ਵਾਹਕ ਯਾਨੀ ਦੂਤ ਭੇਜਣ ਤਾਂ ਸਾਰੇ ਪ੍ਰਾਣੀ ਸਤ ਭਗਤੀ ਕਰਕੇ ਕਾਲ ਦੇ ਜਾਲ ਵਿੱਚੋਂ ਨਿਕਲ ਜਾਣ। ਇਸ ਲਈ ਧੋਖਾ ਦੇ ਕੇ ਰੱਖਦਾ ਹੈ ਅਤੇ ਪਵਿੱਤਰ ਗੀਤਾ ਅਧਿਆਇ 7 ਸ਼ਲੋਕ 18, 24 ਅਤੇ 25 ਵਿੱਚ ਆਪਣੀ ਸਾਧਨਾ ਨਾਲ ਹੋਣ ਵਾਲੀ ਮੁਕਤੀ ਯਾਨੀ ਗਤੀ ਨੂੰ ਵੀ ਅਨੁਤਮਾਮ ਯਾਨੀ ਅਤੇ ਅਸ਼੍ਰੇਸ਼ਟ ਕਿਹਾ ਹੈ ਅਤੇ ਆਪਣੇ ਵਿਧਾਨ ਯਾਨੀ ਨਿਯਮ ਨੂੰ ਵੀ ਯਾਨੀ ਅਨੁਤਮ ਅਸ਼੍ਰੇਸ਼ਟ ਕਿਹਾ ਹੈ। ਹਰੇਕ ਬ੍ਰਹਿਮੰਡ ਵਿੱਚ ਬਣੇ ਬ੍ਰਹਮ ਲੋਕ ਵਿੱਚ ਇੱਕ ਮਹਾਂਸਵਰਗ ਬਣਾਇਆ ਹੈ। ਮਹਾਂਸਵਰਗ ਵਿੱਚ ਇੱਕ ਸਥਾਨ ਅਤੇ ਨਕਲੀ ਸਤਲੋਕ, ਨਕਲੀ ਅਲਖ ਲੋਕ, ਨਕਲੀ ਅਗਮ ਲੋਕ ਅਤੇ ਨਕਲੀ ਅਨਾਮੀ ਲੋਕ ਦੀ ਰਚਨਾ ਪ੍ਰਾਣੀਆਂ ਨੂੰ ਧੋਖਾ ਦੇਣ ਦੇ ਲਈ ਪ੍ਰਕਿਰਤੀ ਯਾਨੀ ਦੁਰਗਾ ਆਦਿ ਮਾਇਆ ਦੁਆਰਾ ਕਰਵਾ ਰੱਖੀ ਹੈ। ਕਬੀਰ ਸਾਹਿਬ ਦਾ ਇੱਕ ਸ਼ਬਦ ਹੈ, ਕਰ ਨੈਨੋ ਦੀਦਾਰ ਮਹਿਲ ਮੈਂ ਪਿਆਰਾ ਹੈ, ਵਿੱਚ ਬਾਣੀ ਹੈ ਕਿ ਕਾਇਆ ਭੇਦ ਕਿਆ ਨਿਰਵਾਰਾ, ਯਹ ਸਭ ਰਚਨਾ ਪਿੰਡ ਮੰਜਾਰਾ ਹੈ। ਮਾਇਆ ਅਵਿਗਤ ਜਾਲ ਪਸਾਰਾ, ਸੋ ਕਾਰੀਗਰ ਭਰਾ ਹੈ। ਆਦਿ ਮਾਇਆ ਕਿਨਹੀ ਚਤੁਰਾਈ, ਝੂਠੀ ਬਾਜ਼ੀ ਪਿੰਡ ਦਿਖਾਈ, ਅਵਿਗਤ ਰਚਨਾ ਰਚੀ ਅੰਡ ਮਾਹੀਵਾਕਾ ਪ੍ਰਤੀਬਿੰਬ ਡਾਰਾ ਹੈ। ਇੱਕ ਬ੍ਰਹਿਮੰਡ ਵਿੱਚ ਹੋਰ ਲੋਕਾਂ ਦੀ ਵੀ ਰਚਨਾ ਹੈ, ਜਿਵੇਂ ਸ੍ਰੀ ਬ੍ਰਹਮਾ ਜੀ ਦਾ ਲੋਕ, ਸ੍ਰੀ ਵਿਸ਼ਨੂੰ ਜੀ ਦਾ ਲੋਕ, ਸ੍ਰੀ ਸ਼ਿਵ ਜੀ ਦਾ ਲੋਕ, ਜਿੱਥੇ ਬੈਠ ਕੇ ਤਿੰਨੋਂ ਪ੍ਰਭੂ ਨੀਚੇ ਦੇ 3 ਲੋਕਾਂ ਯਾਨੀ ਸਵਰਗ ਲੋਕ ਅਰਥਾਤ ਇੰਦਰ ਦਾ ਲੋਕ, ਪ੍ਰਿਥਵੀ ਲੋਕ ਅਤੇ ਪਤਾਲ ਲੋਕ ਉੱਤੇ ਇੱਕ ਵਿਭਾਗ ਦੇ ਮਾਲਿਕ ਬਣ ਕੇ ਪ੍ਰਭੂਤਾ ਕਰਦੇ ਹਨ ਅਤੇ ਆਪਣੇ ਪਿਤਾ ਕਾਲ ਦੇ ਖਾਣ ਦੇ ਲਈ ਪ੍ਰਾਣੀਆਂ ਦੀ ਉਤਪੱਤੀ, ਸਥਿਤੀ ਅਤੇ ਸੰਹਾਰ ਦਾ ਕਾਰਜ ਸੰਭਾਲਦੇ ਹਨ। ਤਿੰਨਾਂ ਪ੍ਰਭੂਆਂ ਦੀ ਜਨਮ ਅਤੇ ਮ੍ਰਿਤਯੂ ਹੁੰਦੀ ਹੈ, ਉਦੋਂ ਕਾਲ ਇਹਨਾਂ ਨੂੰ ਵੀ ਖਾਂਦਾ ਹੈ। ਇਸ ਬ੍ਰਹਿਮੰਡ ਇਸ ਨੂੰ ਅੰਡ ਵੀ ਕਹਿੰਦੇ ਹਨ ਕਿਉਂਕਿ ਬ੍ਰਹਿਮੰਡ ਦੀ ਬਣਾਵਟ ਅੰਡਾਕਾਰ ਹੈ। ਇਸ ਨੂੰ ਪਿੰਡ ਵੀ ਕਹਿੰਦੇ ਹਨ ਕਿਉਂਕਿ ਸਰੀਰ ਯਾਨੀ ਪਿੰਡ ਵਿੱਚ ਇੱਕ ਬ੍ਰਹਿਮੰਡ ਦੀ ਰਚਨਾ ਕਮਲਾਂ ਵਿੱਚ ਟੀਵੀ ਦੀ ਤਰ੍ਹਾਂ ਦੇਖੀ ਜਾਂਦੀ ਹੈ, ਵਿੱਚ ਇੱਕ ਮਾਨਸਰੋਵਰ ਅਤੇ ਧਰਮਰਾਏ ਯਾਨੀ ਨਿਆਇਦੀਸ਼ ਦਾ ਵੀ ਲੋਕ ਹੈ ਅਤੇ ਇੱਕ ਗੁਪਤ ਸਥਾਨ ਤੇ ਪੂਰਨ ਪਰਮਾਤਮਾ ਹੋਰ ਰੂਪ ਧਾਰਨ ਕਰਕੇ ਰਹਿੰਦਾ ਹੈ। ਜਿਵੇਂ ਪ੍ਰਤੇਕ ਦੇਸ਼ ਦਾ ਰਾਜਦੂਤ ਭਵਨ ਹੁੰਦਾ ਹੈ ਉੱਥੇ, ਪਰੰਤੂ ਕੋਈ ਨਹੀਂ ਜਾ ਸਕਦਾ
ਉੱਥੇ ਉਹ ਆਤਮਾ ਰਹਿੰਦੀਆਂ ਹਨ ਜਿਨ੍ਹਾਂ ਦੀ ਸਤਲੋਕ ਦੀ ਭਗਤੀ ਅਧੂਰੀ ਰਹਿੰਦੀ ਹੈ। ਜਦੋਂ ਭਗਤੀ ਯੁੱਗ ਆਉਂਦਾ ਹੈ ਤਾਂ ਉਸ ਸਮੇਂ ਇਹਨਾਂ ਪੁੰਨ ਆਤਮਾਵਾਂ ਨੂੰ ਪ੍ਰਿਥਵੀ ਤੇ ਮਾਨਵ ਸਰੀਰ ਪ੍ਰਾਪਤ ਹੁੰਦਾ ਹੈ ਅਤੇ ਇਹ ਜਲਦੀ ਹੀ ਸਤ ਭਗਤੀ ਤੇ ਲੱਗ ਜਾਂਦੀਆਂ ਹਨ ਅਤੇ ਪੂਰਨ ਮੋਕਸ਼ ਪ੍ਰਾਪਤ ਕਰ ਜਾਂਦੇ ਹਨ। ਉਸ ਸਥਾਨ ਤੇ ਰਹਿਣ ਵਾਲੇ ਹੰਸ ਆਤਮਾਵਾਂ ਦੀ ਨਿੱਜੀ ਭਗਤੀ ਕਮਾਈ ਖਰਚ ਨਹੀਂ ਹੁੰਦੀ। ਪਰਮਾਤਮਾ ਦੇ ਭੰਡਾਰੇ ਨਾਲ ਸਰਵ ਸੁਵਿਧਾ ਉਪਲਬਧ ਹੁੰਦੀਆਂ ਹਨ। ਬ੍ਰਹਮ ਯਾਨੀ ਕਾਲ ਦੇ ਉਪਾਸਕਾਂ ਦੀ ਭਗਤੀ ਕਮਾਈ ਸਵਰਗ ਮਹਾਂਸਵਰਗ ਵਿੱਚ ਸਮਾਪਤ ਹੋ ਜਾਂਦੀ ਹੈ, ਕਿਉਂਕਿ ਇਸ ਕਾਲ ਲੋਕ ਯਾਨੀ ਬ੍ਰਹਮ ਲੋਕ ਅਤੇ ਪਰਬ੍ਰਹਮ ਲੋਕ ਵਿੱਚ ਪ੍ਰਾਣੀਆਂ ਨੂੰ ਆਪਣਾ ਕੀਤਾ ਕਰਮਫਲ ਹੀ ਮਿਲਦਾ ਹੈ। ਛਰ ਪੁਰਸ਼ ਯਾਨੀ ਬ੍ਰਹਮ ਨੇ ਆਪਣੇ 20 ਬ੍ਰਹਿਮੰਡਾਂ ਨੂੰ 4 ਮਹਾਬ੍ਰਹਿਮੰਡਾਂ ਵਿੱਚ ਵਿਭਾਜਿਤ ਕੀਤਾ ਹੈ। ਇੱਕ ਮਹਾਬ੍ਰਹਿਮੰਡ ਵਿੱਚ 5 ਬ੍ਰਹਿਮੰਡਾਂ ਦਾ ਸਮੂਹ ਬਣਾਇਆ ਹੈ ਅਤੇ ਚਾਰੋਂ ਪਾਸਿਆਂ ਤੋਂ ਅੰਡਾਕਾਰ ਗੋਲਾਈ ਯਾਨੀ ਪਰਿਧੀ ਵਿੱਚ ਰੋਕਿਆ ਹੈ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 274। ਚਾਰੋਂ ਮਹਾਬ੍ਰਹਿਮੰਡਾਂ ਨੂੰ ਵੀ ਫਿਰ ਅੰਡਾਕਾਰ ਗੋਲਾਈ ਯਾਨੀ ਪਰਿਧੀ ਵਿੱਚ ਰੋਕਿਆ ਹੈ। 21ਵੇਂ ਬ੍ਰਹਿਮੰਡ ਦੀ ਰਚਨਾ ਇੱਕ ਮਹਾਬ੍ਰਹਿਮੰਡ ਜਿੰਨਾ ਸਥਾਨ ਲੈ ਕੇ ਕੀਤੀ ਹੈ। 21ਵੇਂ ਬ੍ਰਹਿਮੰਡ ਵਿੱਚ ਪ੍ਰਵੇਸ਼ ਹੁੰਦੇ ਹੀ 3 ਰਾਸਤੇ ਬਣਾਏ ਹਨ। 21ਵੇਂ ਬ੍ਰਹਿਮੰਡ ਵਿੱਚ ਵੀ ਖੱਬੇ ਤਰਫ ਨਕਲੀ ਸਤਲੋਕ, ਨਕਲੀ ਅਲਖ ਲੋਕ, ਨਕਲੀ ਅਗਮ ਲੋਕ ਅਤੇ ਨਕਲੀ ਅਨਾਮੀ ਲੋਕ ਦੀ ਰਚਨਾ ਪ੍ਰਾਣੀਆਂ ਨੂੰ ਧੋਖੇ ਵਿੱਚ ਰੱਖਣ ਦੇ ਲਈ ਆਦਿ ਮਾਇਆ ਯਾਨੀ ਦੁਰਗਾ ਦੁਆਰਾ ਕਰਵਾਈ ਹੈ ਅਤੇ ਸੱਜੇ ਤਰਫ 12 ਸਰਵਸ਼ੇਸ਼ਠ ਬ੍ਰਹਮ ਸਾਧਕਾਂ ਯਾਨੀ ਭਗਤਾਂ ਨੂੰ ਰੱਖਦਾ ਹੈ। ਫਿਰ ਪ੍ਰਤੇਕ ਯੁੱਗ ਵਿੱਚ ਆਪਣੇ ਸੰਦੇਸ਼ਵਾਹਕ ਯਾਨੀ ਨਕਲੀ ਸਤਿਗੁਰੂ ਬਣਾ ਕੇ ਪ੍ਰਿਥਵੀ ਤੇ ਭੇਜਦਾ ਹੈ, ਜੋ ਸ਼ਾਸਤਰ ਵਿਧੀ ਰਹਿਤ ਸਾਧਨਾ ਅਤੇ ਗਿਆਨ ਦੱਸਦੇ ਹਨ ਅਤੇ ਸਵੈਮ ਵੀ ਭਗਤੀਹੀਣ ਹੋ ਜਾਂਦੇ ਹਨ ਅਤੇ ਅਨੁਆਈਆਂ ਨੂੰ ਵੀ ਕਾਲ ਜਾਲ ਵਿੱਚ ਫਸਾ ਜਾਂਦੇ ਹਨ। ਉਹ ਗੁਰੂ ਜੀ ਅਤੇ ਅਨੁਆਈ ਦੋਨੋਂ ਨਰਕ ਵਿੱਚ ਜਾਂਦੇ ਹਨ। ਸਾਹਮਣੇ ਇੱਕ ਤਾਲਾ ਯਾਨੀ ਕੁਲਫ ਲਗਾ ਕੇ ਰੱਖਿਆ ਹੈ। ਉਹ ਰਾਸਤਾ ਕਾਲ ਯਾਨੀ ਬ੍ਰਹਮ ਦੇ ਨਿਜ ਲੋਕ ਵਿੱਚ ਜਾਂਦਾ ਹੈ। ਇੱਥੇ ਇਹ ਬ੍ਰਹਮ ਯਾਨੀ ਕਾਲ ਆਪਣੇ ਅਸਲੀਅਤ ਮਾਨਵ ਸੁਦ੍ਰਿਸ਼ ਸਰੀਰ ਕਾਲ ਰੂਪ ਵਿੱਚ ਰਹਿੰਦਾ ਹੈ। ਇਸੇ ਸਥਾਨ ਤੇ ਇੱਕ ਪੱਥਰ ਦੀ ਟੁਕੜੀ ਤਵੇ ਜਹੀ ਚਪਾਤੀ ਪਕਾਉਣ ਵਾਲੀ ਲੋਹੇ ਦੀ ਗੋਲ ਪਲੇਟ ਜਿਹੀ ਹੁੰਦੀ ਹੈ, ਖੁਦ ਗਰਮ ਰਹਿੰਦੀ ਹੈ, ਜਿਸ ਤੇ 1 ਲੱਖ ਮਾਨਵ ਸਰੀਰ ਧਾਰੀ ਪ੍ਰਾਣੀਆਂ ਦੇ ਸੂਖਸ਼ਮ ਸਰੀਰ ਨੂੰ ਭੁੰਨ ਕੇ ਗੰਧ ਕੱਢ ਕੇ ਖਾਂਦਾ ਹੈ। ਉਸ ਸਮੇਂ ਸਰਵ ਪ੍ਰਾਣੀ ਬਹੁਤ ਪੀੜਾ ਅਨੁਭਵ ਕਰਦੇ ਹਨ ਅਤੇ ਹਾਹਾਕਾਰ ਮਚ ਜਾਂਦੀ ਹੈ। ਫਿਰ ਕੁਝ ਸਮੇਂ ਉਪਰੰਤ ਬੇਹੋਸ਼ ਹੋ ਜਾਂਦੇ ਹਨ। ਜੀਵ ਮਰਦਾ ਨਹੀਂ, ਫਿਰ ਧਰਮਰਾਜ ਦੇ ਲੋਕ ਵਿੱਚ ਜਾ ਕੇ ਕਰਮ ਆਧਾਰ ਤੋਂ ਹੋਰ ਜਨਮ ਪ੍ਰਾਪਤ ਕਰਦੇ ਹਨ ਅਤੇ ਜਨਮ ਮ੍ਰਿਤਯੂ ਦਾ ਚੱਕਰ ਬਣਿਆ ਰਹਿੰਦਾ ਹੈ। ਉਪਰੋਕਤ 21ਵੇਂ ਬ੍ਰਹਿਮੰਡ ਵਿੱਚ ਸਾਹਮਣੇ ਲੱਗਾ ਤਾਲਾ ਬ੍ਰਹਮ ਯਾਨੀ ਕਾਲ ਕੇਵਲ ਆਪਣੇ ਆਹਾਰ ਵਾਲੇ ਪ੍ਰਾਣੀਆਂ ਦੇ ਲਈ ਕੁਝ ਛਿਣ ਦੇ ਲਈ ਖੋਲਦਾ ਹੈ। ਪੂਰਨ ਪਰਮਾਤਮਾ ਦੇ ਸਤਨਾਮ ਅਤੇ ਸਾਰਨਾਮ ਨਾਲ ਇਹ ਤਾਲਾ ਸਵੈਮ ਖੁੱਲ ਜਾਂਦਾ ਹੈ। ਐਸੇ ਕਾਲ ਦਾ ਜਾਲ ਪੂਰਨ ਪਰਮਾਤਮਾ ਕਬੀਰਦੇਵ ਯਾਨੀ ਕਬੀਰ ਸਾਹਿਬ ਨੇ ਸਵੈਮ ਹੀ ਆਪਣੇ ਨਿੱਜੀ ਭਗਤ ਧਰਮਦਾਸ ਜੀ ਨੂੰ ਸਮਝਾਇਆ। ਪਰਬ੍ਰਹਮ ਦੇ 7 ਸੰਖ ਬ੍ਰਹਿਮੰਡ ਦੀ ਸਥਾਪਨਾ ਕਬੀਰ ਪਰਮੇਸ਼ਵਰ ਯਾਨੀ ਕਬੀਰਦੇਵ ਨੇ ਅੱਗੇ ਦੱਸਿਆ ਹੈ ਕਿ ਪਰਬ੍ਰਹਮ ਯਾਨੀ ਅਕਸ਼ਰ ਪੁਰਸ਼ ਨੇ ਆਪਣੇ ਕਾਰਜ ਵਿੱਚ ਗਫਲਤ ਕੀਤੀ, ਕਿਉਂਕਿ ਇਹ ਮਾਨਸਰੋਵਰ ਵਿੱਚ ਸੌ ਗਿਆ ਅਤੇ ਜਦੋਂ ਪਰਮੇਸ਼ਵਰ ਯਾਨੀ ਮੈਂ ਅਰਥਾਤ ਕਬੀਰ ਸਾਹਿਬ ਨੇ ਉਸ ਸਰੋਵਰ ਵਿੱਚ ਇੱਕ ਕੰਡਾ ਛੱਡਿਆ ਤਾਂ ਅਕਸ਼ਰ ਪੁਰਸ਼ ਯਾਨੀ ਪਰਬ੍ਰਹਮ ਨੇ ਉਸ ਨੂੰ ਕ੍ਰੋਧ ਨਾਲ ਦੇਖਿਆ। ਇਹਨਾਂ ਦੋਨਾਂ ਅਪਰਾਧਾਂ ਕਾਰਨ ਇਹ ਵੀ ਸਤਲੋਕ ਵਿੱਚ ਰਹਿਣ ਯੋਗ ਨਹੀਂ ਰਿਹਾ। ਹੋਰ ਕਾਰਨ ਅਕਸ਼ਰ ਪੁਰਸ਼ ਯਾਨੀ ਪਰਬ੍ਰਹਮ ਆਪਣੇ ਸਾਥੀ ਬ੍ਰਹਮ ਯਾਨੀ ਸ਼ਰ ਪੁਰਸ਼ ਦੀ ਵਿਯੋਗ ਵਿੱਚ ਵਿਆਕੁਲ ਹੋ ਕੇ ਪਰਮ ਪਿਤਾ ਪਰਮਾਤਮਾ ਕਬੀਰਦੇਵ ਯਾਨੀ ਕਬੀਰ ਪਰਮੇਸ਼ਵਰ ਦੀ ਯਾਦ ਭੁੱਲ ਕੇ ਉਸ ਨੂੰ ਯਾਦ ਕਰਨ ਲੱਗਾ ਅਤੇ ਸੋਚਿਆ ਕਿ ਛਰ ਪੁਰਸ਼ ਯਾਨੀ ਬ੍ਰਹਮ ਤਾਂ ਬਹੁਤ ਆਨੰਦ ਮਨਾ ਰਿਹਾ ਹੋਵੇਗਾ, ਮੈਂ ਪਿੱਛੇ ਰਹਿ ਗਿਆ। ਅਤੇ ਹੋਰ ਕੁਝ ਆਤਮਾਵਾਂ ਜੋ ਪਰਬ੍ਰਹਮ ਦੇ ਨਾਲ 7 ਸੰਖ ਬ੍ਰਹਿਮੰਡਾਂ ਵਿੱਚ ਜਨਮ ਮ੍ਰਿਤਯੂ ਦਾ ਕਰਮਦੰਡ ਭੋਗ ਰਹੀਆਂ ਹਨ, ਉਹਨਾਂ ਆਤਮਾਵਾਂ ਦੀ ਵਿਯੋਗ ਦੀ ਯਾਦ ਵਿੱਚ ਗਵਾਚ ਗਈ, ਜੋ ਬ੍ਰਹਮ ਯਾਨੀ ਕਾਲ ਦੇ ਨਾਲ 21 ਬ੍ਰਹਿਮੰਡਾਂ ਵਿੱਚ ਫਸੀਆਂ ਹਨ ਅਤੇ ਪੂਰਨ ਪਰਮਾਤਮਾ ਸੁਖਦਾਈ ਕਬੀਰਦੇਵ ਦੀ ਯਾਦ ਭੁੱਲਾ ਦਿੱਤੀ। ਪਰਮੇਸ਼ਵਰ ਕਬੀਰਦੇਵ ਦੇ ਵਾਰ-ਵਾਰ ਸਮਝਾਉਣ ਤੇ ਵੀ ਆਸਥਾ ਘੱਟ ਨਹੀਂ ਹੋਈ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 275। ਅਕਸ਼ਰ ਪੁਰਸ਼ ਯਾਨੀ ਪਰਬ੍ਰਹਮ ਨੇ ਸੋਚਿਆ ਕਿ ਮੈਂ ਵੀ ਅਲੱਗ ਸਥਾਨ ਪ੍ਰਾਪਤ ਕਰਾਂ ਤਾਂ ਚੰਗਾ ਰਹੇ। ਇਹ ਸੋਚ ਕੇ ਰਾਜ ਪ੍ਰਾਪਤੀ ਦੀ ਇੱਛਾ ਲਈ ਸਹਿਜ ਧਿਆਨ ਆਰੰਭ ਕਰ ਦਿੱਤਾ। ਇਸੇ ਪ੍ਰਕਾਰ ਹੋਰ ਆਤਮਾਵਾਂ ਨੇ ਜੋ ਪਰਬ੍ਰਹਮ ਦੇ 7 ਸੰਖ ਬ੍ਰਹਿਮੰਡਾਂ ਵਿੱਚ ਫਸੀਆਂ ਹਨ, ਸੋਚਿਆ ਕਿ ਜੋ ਬ੍ਰਹਮ ਦੇ ਨਾਲ ਆਤਮਾਵਾਨ ਗਈਆਂ ਹਨ ਉਹ ਤਾਂ ਉੱਥੇ ਮੌਜ ਮਸਤੀ ਮਨਾਉਣਗੇ, ਅਸੀਂ ਪਿੱਛੇ ਰਹਿ ਗਏ।
ਪਰ ਬ੍ਰਹਮ ਦੇ ਮਨ ਵਿੱਚ ਇਹ ਧਾਰਨਾ ਬਣੀ ਕਿ ਛਰ ਪੁਰਸ਼ ਅਲੱਗ ਬਹੁਤ ਸੁਖੀ ਹੋਵੇਗਾ। ਇਹ ਵਿਚਾਰ ਕਰ ਅੰਤਰ-ਆਤਮਾ ਤੋਂ ਭਿੰਨ ਸਥਾਨ ਪ੍ਰਾਪਤੀ ਦੀ ਠਾਣ ਲਈ। ਪਰ ਬ੍ਰਹਮ ਯਾਨੀ ਅਕਸ਼ਰ ਪੁਰਸ਼ ਨੇ ਹਠ ਯੋਗ ਨਹੀਂ ਕੀਤਾ, ਪਰੰਤੂ ਕੇਵਲ ਅਲੱਗ ਰਾਜ ਪ੍ਰਾਪਤੀ ਦੇ ਲਈ ਸਹਿਜ ਧਿਆਨ ਯੋਗ ਵਿਸ਼ੇਸ਼ ਕਸਕ ਦੇ ਨਾਲ ਕਰਦਾ ਰਿਹਾ। ਅਲੱਗ ਸਥਾਨ ਪ੍ਰਾਪਤ ਕਰਨ ਦੇ ਲਈ ਪਾਗਲਾਂ ਦੀ ਤਰ੍ਹਾਂ ਵਿਚਰਨੇ ਲੱਗਾ। ਖਾਣਾ ਪੀਣਾ ਵੀ ਤਿਆਗ ਦਿੱਤਾ। ਹੋਰ ਕੁਝ ਆਤਮਾਵਾਨ ਜੋ ਪਹਿਲੇ ਕਾਲ ਬ੍ਰਹਮ ਦੇ ਨਾਲ ਗਈਆਂ ਆਤਮਾਵਾਨ ਦੇ ਪ੍ਰੇਮ ਵਿੱਚ ਬੇਚੈਨ ਸੀ, ਉਹ ਅਕਛਰ ਪੁਰਸ਼ ਦੇ ਵੈਰਾਗ ਤੇ ਆਸ਼ਕਤ ਹੋ ਕੇ ਉਸ ਨੂੰ ਚਾਹਣ ਲੱਗੀਆਂ। ਪੂਰਨ ਪ੍ਰਭੂ ਦੇ ਪੁੱਛਣ ਤੇ ਅਲੱਗ ਸਥਾਨ ਮੰਗਿਆ ਅਤੇ ਕੁਝ ਹੰਸ ਆਤਮਾਵਾਨ ਦੇ ਲਈ ਵੀ ਜਾਚਨਾ ਕੀਤੀ। ਉਦੋਂ ਕਬੀਰਦੇਵ ਨੇ ਕਿਹਾ ਕਿ ਜੋ ਆਤਮਾ ਆਪ ਦੇ ਨਾਲ ਸਵੈ ਇੱਛਾ ਨਾਲ ਜਾਣਾ ਚਾਹੇ ਉਸ ਨੂੰ ਭੇਜ ਦਿੰਦਾ ਹਾਂ। ਪੂਰਨ ਪ੍ਰਭੂ ਦੇ ਪੁੱਛਣ ਤੇ ਕਿ ਕੌਣ ਹੰਸ ਆਤਮਾ ਪਰਬ੍ਰਹਮ ਨਾਲ ਜਾਣਾ ਚਾਹੁੰਦੀ ਹੈ, ਸਹਿਮਤੀ ਵਿਅਕਤ ਕਰੇ। ਬਹੁਤ ਸਮੇਂ ਉਪਰੰਤ ਇੱਕ ਹੰਸ ਆਤਮਾ ਨੇ ਸਵੀਕ੍ਰਿਤੀ ਦਿੱਤੀ। ਫਿਰ ਦੇਖਾ ਦੇਖੀ ਸਾਰੀਆਂ ਆਤਮਾਵਾਨ ਨੇ ਵੀ ਸਹਿਮਤੀ ਪ੍ਰਗਟ ਕਰ ਦਿੱਤੀ। ਸਰਵ ਪ੍ਰਥਮ ਸਵੀਕ੍ਰਿਤੀ ਦੇਣ ਵਾਲੇ ਹੰਸ ਨੂੰ ਇਸਤਰੀ ਰੂਪ ਬਣਾਇਆ। ਉਸ ਦਾ ਨਾਮ ਈਸ਼ਵਰੀ ਮਾਇਆ ਯਾਨੀ ਪ੍ਰਕਿਰਤੀ ਸੁਰਤੇ ਰੱਖਿਆ ਅਤੇ ਹੋਰ ਆਤਮਾਵਾਨ ਨੂੰ ਉਸ ਈਸ਼ਵਰੀ ਮਾਇਆ ਵਿੱਚ ਪ੍ਰਵੇਸ਼ ਕਰਕੇ ਅਚਿੰਤ ਦੁਆਰਾ ਅਕਸ਼ਰ ਪੁਰਸ਼ ਪਰਬ੍ਰਹਮ ਦੇ ਕੋਲ ਭੇਜਿਆ। ਪਤੀਵਰਤਾ ਪਦ ਤੋਂ ਡਿੱਗਣ ਦੀ ਸਜ਼ਾ ਪਾਈ। ਕਈ ਯੁੱਗਾਂ ਤੱਕ ਦੋਨੋਂ ਸੱਤ ਸੰਖ ਬ੍ਰਹਿਮੰਡਾਂ ਵਿੱਚ ਰਹੇ, ਪਰ ਪਰਬ੍ਰਹਮ ਨੇ ਦੁਰਵਿਵਹਾਰ ਨਹੀਂ ਕੀਤਾ। ਈਸ਼ਵਰੀ ਮਾਇਆ ਦੀ ਸਵੈ ਇੱਛਾ ਨਾਲ ਅੰਗੀਕਾਰ ਕੀਤਾ ਅਤੇ ਆਪਣੀ ਸ਼ਬਦ ਸ਼ਕਤੀ ਦੁਆਰਾ ਨਾਖੁਨਾ ਨਾਲ ਇਸਤਰੀ ਇੰਦਰੀ ਯਾਨੀ ਯੋਨੀ ਬਣਾਈ। ਈਸ਼ਵਰੀ ਦੀ ਸਹਿਮਤੀ ਨਾਲ ਸੰਤਾਨ ਉਤਪੰਨ ਕੀਤੀ। ਇਸ ਲਈ ਪਰਬ੍ਰਹਮ ਦੇ ਲੋਕ ਯਾਨੀ ਸੱਤ ਸ਼ੰਖ ਬ੍ਰਹਿਮੰਡਾਂ ਦੇ ਪ੍ਰਾਣੀਆਂ ਨੂੰ ਤਪਤਸ਼ਿਲਾ ਦਾ ਕਸ਼ਟ ਨਹੀਂ ਹੈ ਅਤੇ ਉੱਥੇ ਪਸ਼ੂ ਪੰਛੀ ਵੀ ਬ੍ਰਹਮਲੋਕ ਦੇ ਦੇਵਤਿਆਂ ਤੋਂ ਵੀ ਚੰਗੇ ਚਰਿੱਤਰ ਯੁਕਤ ਹਨ। ਉਮਰ ਵੀ ਬਹੁਤ ਲੰਬੀ ਹੈ, ਪਰੰਤੂ ਜਨਮ ਮਰਨ ਕਰਮ ਆਧਾਰ ਤੇ ਕਰਮ ਫਲ ਅਤੇ ਪਰਿਸ਼ਰਮ ਕਰਕੇ ਹੀ ਉਦਰ ਪੂਰਤੀ ਹੁੰਦੀ ਹੈ। ਸਵਰਗ ਅਤੇ ਨਰਕ ਵੀ ਐਸੇ ਹੀ ਬਣੇ ਹਨ। ਪਰਬ੍ਰਹਮ ਯਾਨੀ ਅਕਸ਼ਰ ਪੁਰਸ਼ ਨੂੰ ਸੱਤ ਸ਼ੰਖ ਬ੍ਰਹਿਮੰਡ ਉਸ ਦੇ ਸਹਿਜ ਸਮਾਧੀ ਦੇ ਅਭਿਆਸ ਦੀ ਇੱਛਾ ਰੂਪੀ ਭਗਤੀ ਦੀ ਕਮਾਈ ਦੇ ਰੂਪ ਵਿੱਚ ਪ੍ਰਦਾਨ ਕੀਤਾ ਅਤੇ ਸਤਲੋਕ ਤੋਂ ਭਿੰਨ ਸਥਾਨ ਤੇ ਗੋਲਾਕਾਰ ਪਰਿਧੀ ਵਿੱਚ ਬੰਦ ਕਰਕੇ ਸੱਤ ਸੰਖ ਬ੍ਰਹਿਮੰਡਾਂ ਸਹਿਤ ਅਕਸ਼ਰ ਬ੍ਰਹਮ ਅਤੇ ਈਸ਼ਵਰੀ ਮਾਇਆ ਨੂੰ ਨਿਸ਼ਕਾਸ਼ਿਤ ਕਰ ਦਿੱਤਾ। ਪੂਰਨ ਬ੍ਰਹਮ ਯਾਨੀ ਸਤਪੁਰਸ਼ ਅਸ਼ੰਖ ਬ੍ਰਹਿਮੰਡਾਂ ਜੋ ਸਤਲੋਕ ਆਦਿ ਵਿੱਚ ਹਨ ਅਤੇ ਬ੍ਰਹਮ ਦੇ 21 ਬ੍ਰਹਿਮੰਡਾਂ ਅਤੇ ਪਰਬ੍ਰਹਮ ਦੇ ਸੱਤ ਸ਼ੰਖ ਬ੍ਰਹਿਮੰਡਾਂ ਦਾ ਵੀ ਪ੍ਰਭੂ ਯਾਨੀ ਮਾਲਕ ਹੈ, ਅਰਥਾਤ ਪਰਮੇਸ਼ਵਰ ਕਬੀਰਦੇਵ ਕੁਲ ਦਾ ਮਾਲਿਕ ਹੈ। ਸ੍ਰੀ ਬ੍ਰਹਮਾ ਜੀ, ਸ੍ਰੀ ਵਿਸ਼ਨੂੰ ਜੀ, ਸ੍ਰੀ ਸ਼ਿਵ ਜੀ ਆਦਿ ਦੇ 4 ਭੁਜਾਵਾਂ ਅਤੇ 16 ਕਲਾਵਾਂ ਹਨ ਅਤੇ ਪ੍ਰਕਿਰਤੀ ਦੇਵੀ ਯਾਨੀ ਦੁਰਗਾ ਦੀਆਂ 8 ਭੁਜਾਵਾਂ ਹਨ, 64 ਕਲਾ ਹਨ। ਬ੍ਰਹਮ ਯਾਨੀ ਸ਼ਰ ਪੁਰਸ਼ ਦੀ 1000 ਭੁਜਾਵਾਂ ਹਨ ਅਤੇ 1000 ਕਲਾ ਹੈ ਅਤੇ 21 ਬ੍ਰਹਿਮੰਡਾਂ ਦਾ ਪ੍ਰਭੂ ਹੈ। ਪਰਬ੍ਰਹਮ ਯਾਨੀ ਅਕਸ਼ਰ ਪੁਰਸ਼ ਦੀਆਂ 10,000 ਭੁਜਾਵਾਂ ਹਨ ਅਤੇ 7 ਸ਼ੰਖ ਬ੍ਰਹਿਮੰਡਾਂ ਦਾ ਪ੍ਰਭੂ ਹੈ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 276। ਪੂਰਨ ਬ੍ਰਹਮ ਯਾਨੀ ਪਰਮ ਅਕਸ਼ਰ ਬ੍ਰਹਮ ਸਤਪੁਰਸ਼ ਦੀਆਂ ਅਸ਼ੰਖ ਭੁਜਾਵਾਂ ਅਤੇ ਅਸ਼ੰਖ ਕਲਾਵਾਂ ਹਨ ਅਤੇ ਬ੍ਰਹਮ ਦੇ 21 ਬ੍ਰਹਿਮੰਡ ਅਤੇ ਪਰਬ੍ਰਹਮ ਦੇ 7 ਸ਼ੰਖ ਬ੍ਰਹਿਮੰਡਾਂ ਸਹਿਤ ਅਸ਼ੰਖ ਬ੍ਰਹਿਮੰਡਾਂ ਦਾ ਪ੍ਰਭੂ ਹੈ। ਪ੍ਰਤੇਕ ਪ੍ਰਭੂ ਆਪਣੀਆਂ ਸਰਵ ਭੁਜਾਵਾਂ ਨੂੰ ਸਮੇਟ ਕੇ ਕੇਵਲ 2 ਭੁਜਾ ਵੀ ਰੱਖ ਸਕਦੇ ਹਨ ਅਤੇ ਜਦੋਂ ਚਾਹੇ ਸਰਵ ਭੁਜਾਵਾਂ ਨੂੰ ਪ੍ਰਗਟ ਕਰ ਸਕਦੇ ਹਨ। ਪੂਰਨ ਪਰਮਾਤਮਾ ਇਸ ਪਰਬ੍ਰਹਮ ਦੇ ਪ੍ਰਤੇਕ ਬ੍ਰਹਿਮੰਡ ਵਿੱਚ ਵੀ ਅਲੱਗ ਸਥਾਨ ਬਣਾ ਕੇ ਹੋਰ ਰੂਪ ਵਿੱਚ ਗੁਪਤ ਰਹਿੰਦਾ ਹੈ। ਇੰਜ ਸਮਝੋ ਜਿਵੇਂ ਇੱਕ ਘੁੰਮਣ ਵਾਲਾ ਕੈਮਰਾ ਬਾਹਰ ਲਗਾ ਦਿੰਦੇ ਹਨ ਅਤੇ ਅੰਦਰ ਟੀਵੀ ਯਾਨੀ ਟੈਲੀਵਿਜ਼ਨ ਰੱਖ ਦਿੰਦੇ ਹਨ। ਟੀਵੀ ਤੇ ਬਾਹਰ ਦਾ ਸਰਵ ਦ੍ਰਿਸ਼ ਨਜ਼ਰ ਆਉਂਦਾ ਹੈ ਅਤੇ ਦੂਸਰਾ ਟੀਵੀ ਬਾਹਰ ਰੱਖ ਕੇ ਉਸ ਵਿੱਚ ਅੰਦਰ ਦਾ ਕੈਮਰਾ ਸਥਾਈ ਕਰਕੇ ਰੱਖ ਦਿੱਤਾ ਜਾਵੇ। ਉਸ ਵਿੱਚ ਕੇਵਲ ਅੰਦਰ ਬੈਠੇ ਪ੍ਰਬੰਧਕ ਦਾ ਚਿੱਤਰ ਦਿਖਾਈ ਦਿੰਦਾ ਹੈ, ਜਿਸ ਨਾਲ ਸਰਵ ਕਰਮਚਾਰੀ ਸਾਵਧਾਨ ਰਹਿੰਦੇ ਹਨ। ਇਸ ਪ੍ਰਕਾਰ ਪੂਰਨ ਪਰਮਾਤਮਾ ਆਪਣੇ ਸਤਲੋਕ ਵਿੱਚ ਬੈਠ ਕੇ ਸਰਵ ਨੂੰ ਨਿਯੰਤਰਿਤ ਕਰੇ ਹੋਏ ਹੈ ਅਤੇ ਪ੍ਰਤੇਕ ਬ੍ਰਹਿਮੰਡ ਵਿੱਚ ਵੀ ਸਤਿਗੁਰੂ ਕਬੀਰਦੇਵ ਵਿਦਮਾਨ ਰਹਿੰਦੇ ਹਨ। ਜਿਵੇਂ ਸੂਰਜ ਦੂਰ ਹੁੰਦੇ ਹੋਏ ਵੀ ਆਪਣਾ ਪ੍ਰਭਾਵ ਹੋਰ ਲੋਕਾਂ ਵਿੱਚ ਬਣਾਏ ਹੋਏ ਹੈ। ਪਵਿੱਤਰ ਅਥਰਵਵੇਦ ਵਿੱਚ ਸ੍ਰਿਸ਼ਟੀ ਰਚਨਾ ਦਾ ਪ੍ਰਮਾਣ ਅਥਰਵਵੇਦ ਕਾਂਡ ਨੰਬਰ 4 ਅਨੁਵਾਕ ਨੰਬਰ 1 ਮੰਤਰ ਨੰਬਰ 1 ਬ੍ਰਹਮ ਜਗਿਆਨਮ ਪ੍ਰਥਮਮ ਪੁਰਸਤਾਦ ਵੇ ਸੀਮਤः ਸਰੁਚੋ ਵੇਨਾਵ ਸਾ ਬੁਤਨਯਾ ਉਪਮਾ ਅਸਯ ਵਿਸ਼ਠਾ ਸਤਸ਼ਚਾ ਯੋਨਿਮ ਸਤਸ਼ਚਾ ਵਿਵ ਸੰਦੀਛੇਦ ਬ੍ਰਹਮ ਜਾ ਜਗਿਆਨਮ ਪ੍ਰਥਮਮ ਪੁਰਸਤਾਦ ਵਿਸੀਮਤ ਸਰੁਚੋ ਵੇਨ आवह सा बुतन्या उपमा असय विष्ठा
सत चा योनिम असत चा व अनुवाद प्रथमम यानी प्राचीन अर्थात सनातन, ब्रह्म यानी परमात्मा ने, जा यानी प्रगट होके, ज्ञानम यानी अपनी सूझ-बूझ नाल, पुरसतात यानी शिखर विच अर्थात सतलोक आदि नूं, सरुचो यानी स्वै इच्छा नाल, बड़े चा नाल स्वै प्रकाशित, विसीमत यानी सीमा रहित अर्थात विशाल सीमा वाले पिन लोकां नूं उस विन यानी जुलाहे ने ताणे अर्थात कपड़े दी तरह बुण के, आवह यानी सुरक्षित कीता, चा यानी अते, सह यानी ओ पूर्ण ब्रह्म ही रचना करदा है, असयह यानी इसलिए उस बुतनिया यानी मूल मालक, योनिम यानी ने मूल स्थान सतलोक दी रचना कीती है, असयह यानी इस सतलोक लोक दे, उपमा यानी उपमा दे शुदृश अर्थात मिलदे जुलदे, सतह यानी अक्षर पुरुष अर्थात परब्रह्म दे लोक कुछ स्थाई, चा यानी अते, असतह यानी क्षर पुरुष दे अस्थाई लोक आदि, विव यानी आवास स्थान, पिन विष्ठा यानी स्थापित कीते, भाव अर्थ पवित्र वेदां नूं बोलण वाला ब्रह्म यानी काल कह रहा है कि सनातन परमेश्वर ने स्वयं अनामय यानी अनामी लोक तो सतलोक विच प्रगट होके अपनी सूझ-बूझ नाल कपड़े दी तरह रचना करके ऊपर दे सतलोक आदि नूं सीमा रहित स्वै प्रकाशित अजर अमर अर्थात अविनाशी ठहराए ਅਤੇ ਨੀਚੇ ਦੇ ਪਰਬ੍ਰਹਮ ਦੇ ਸੱਤ ਸ਼ੰਖ ਬ੍ਰਹਿਮੰਡ ਅਤੇ ਬ੍ਰਹਮ ਦੇ 21 ਬ੍ਰਹਿਮੰਡ ਅਤੇ ਇਹਨਾਂ ਵਿੱਚ ਛੋਟੀ ਤੋਂ ਛੋਟੀ ਰਚਨਾ ਵੀ ਉਸ ਹੀ ਪਰਮਾਤਮਾ ਨੇ ਅਸਥਾਈ ਕੀਤੀ ਹੈ। अथर्ववेद कांड नंबर 4 अनुवाक नंबर 1 मंत्र नंबर 2 इयम पित्रयाः राष्ट्रेतो वग्रे प्रथमाय जनुषे पुवनेशठा तस्मा एतम सुरुचम हवारमहाम तरमम श्रीनंतो प्रथमाय तास्यवे। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राहदा पन्ना नंबर 277 संधिच्छेद इयम पित्रया राष्ट्री एतो अग्रे प्रथमाय जनुषे पुवनेष्ठा तस्मा एतम सुरुचम हवारमहाम तरमम श्रीनातुन प्रथमाय तास्यवे। अनुवाद इयम यानी इसी, पित्रया यानी जगत पिता परमेश्वर ने, एत यानी इस, अग्रे यानी सर्वोत्तम, प्रथमाय यानी सारियां तो पहली माया, परानंदनी राष्ट्री यानी राजेश्वरी शक्ति अर्थात पराशक्ति जिसनू आकर्षण शक्ति भी कहंदे हन ਨੂੰ ਜਨੁਸ਼ੇ यानी उत्पन्न करके पुवनेशठा यानी लोक स्थापना कीती, तस्मा यानी उस परमेश्वर ने, सुरुचम यानी बड़े चाह नाल स्वे इच्छा नाल, एतम यानी इस प्रथमाय यानी प्रथम उत्पन्न कीती गई माया अर्थात पराशक्ति दे द्वारा, हवारमहाम यानी एक दूसरे दे वियोग नू रोकण अर्थात आकर्षण शक्ति दे, श्रीनातु यानी गुरुत्व आकर्षण, पूर्ण परमात्मा ने आदेश दिता कि सृष्टि समय तक बनिया रहे, ਉਹ ਕਦੇ ਨਾ ਸਮਾਪਤ ਹੋਣ ਵਾਲੇ, ਧਰਮਮ ਯਾਨੀ ਸੁਭਾ ਨਾਲ, ਤਾਸਯਵੇ ਯਾਨੀ ਧਾਰਨ ਕਰਕੇ ਤਾਣੇ ਅਰਥਾਤ ਕੱਪੜੇ ਦੀ ਤਰ੍ਹਾਂ ਬੁਣ ਕੇ ਰੋਕੇ ਹੋਏ ਹਨ। ਭਾਵ ਅਰਥ ਜਗਤ ਪਿਤਾ ਪਰਮੇਸ਼ਵਰ ਨੇ ਆਪਣੀ ਸ਼ਬਦ ਸ਼ਕਤੀ ਨਾਲ ਰਾਸ਼ਟਰੀ ਅਰਥਾਤ ਸਭ ਤੋਂ ਪਹਿਲੀ ਮਾਇਆ ਰਾਜੇਸ਼ਵਰੀ ਉਤਪੰਨ ਕੀਤੀ ਅਤੇ ਉਸ ਹੀ ਪਰਾਸ਼ਕਤੀ ਦੇ ਦੁਆਰਾ ਇੱਕ ਦੂਸਰੇ ਨੂੰ ਆਕਰਸ਼ਣ ਸ਼ਕਤੀ ਨਾਲ ਰੋਕਣ ਵਾਲੇ, ਕਦੇ ਨਾ ਸਮਾਪਤ ਹੋਣ ਵਾਲੇ ਗੁਣ ਨਾਲ ਉਪਰੋਕਤ ਸਰਵ ਬ੍ਰਹਿਮੰਡਾਂ ਨੂੰ ਸਥਾਪਿਤ ਕੀਤਾ ਹੈ। अथर्ववेद कांड नंबर 4 अनुवाक नंबर 1 मंत्र नंबर 3 प्र यो जग्गे विद्वांसय बंदूर विश्वा देवानाम जनिमा विवक्ति ब्रह्म ब्रह्मण उज्जपार मद्यान्नी चैरुचैः सवदा अबिह प्रतस्थो संधिच्छेद प्र यह जगह विद्वांसय बंधु विश्वा देवानाम जनिमा विवक्ति ब्रह्म ब्रह्मण उज्जपार मद्यात नीचै ऊचै सवदा अबिह प्रतस्थो। अनुवाद प्र यानी सर्वप्रथम, देवानाम यानी देवतावान ਅਤੇ ਬ੍ਰਹਿਮੰਡਾਂ ਦੀ, ਜਗੈ यानी उत्पत्ति ਦੇ ਗਿਆਨ ਨੂੰ, विद्वांस यानी जग्यासु भगत ਦਾ, यह यानी जो, बंधु यानी वास्तविक साथी, पूर्ण परमात्मा ही अपने निज सेवक ਨੂੰ, जनिमा यानी अपने द्वारा ਸਿਰਜਣ ਕੀਤੇ ਹੋਏ ਨੂੰ, विवकित यानी स्वही ठीक ठाक विस्तार पूर्वक दसदा है कि ब्रह्मण यानी पूर्ण परमात्मा ने, मद्यात यानी अपने मद तो अर्थात शब्द शक्ति नाल, ब्रह्म यानी ब्रह्म क्षर पुरुष अर्थात काल नू, उज्जपार यानी उत्पन्न करके, विश्वा यानी सारे संसार नू अर्थात सर्व लोकां नू, ऊचै यानी ऊपर सतलोक आदि, नीचै यानी नीचे पर ब्रह्म अते ब्रह्म दे सारे ब्रह्मंड, सवदा यानी अपनी धारण करन वाली, अबिह यानी आकर्षण शक्ति तो, प्रतस्थो यानी दोनां नू अच्छी तरह स्थित कीता। भाव अर्थ पूर्ण परमात्मा ही अपने द्वारा रची सृष्टि ਦਾ ਗਿਆਨ ਅਤੇ ਸਰਵ ਆਤਮਾਵਾਨ ਦੀ ਉਤਪत्ति ਦਾ ਗਿਆਨ ਆਪਣੇ ਨਿੱਜੀ ਦਾਸ ਨੂੰ ਸਵੈ ਹੀ ਸਹੀ ਦੱਸਦਾ ਹੈ।
ਕਿ ਪੂਰਨ ਪਰਮਾਤਮਾ ਨੇ ਆਪਣੇ ਮਦ ਅਰਥਾਤ ਆਪਣੇ ਸਰੀਰ ਤੋਂ ਆਪਣੀ ਸ਼ਬਦ ਸ਼ਕਤੀ ਨਾਲ ਬ੍ਰਹਮ ਯਾਨੀ ਸ਼ਰ ਪੁਰਸ਼ ਕਾਲ ਦੀ ਉਤਪੱਤੀ ਕੀਤੀ ਅਤੇ ਸਰਵ ਬ੍ਰਹਿਮੰਡਾਂ ਨੂੰ ਉੱਪਰ ਸਤਲੋਕ, ਅਲਖ ਲੋਕ, ਅਗਮ ਲੋਕ, ਅਨਾਮੀ ਲੋਕ ਆਦਿ ਅਤੇ ਨੀਚੇ ਪਰਬ੍ਰਹਮ ਦੇ 7 ਸ਼ੰਖ ਬ੍ਰਹਿਮੰਡ ਅਤੇ ਬ੍ਰਹਮ ਦੇ 21 ਬ੍ਰਹਿਮੰਡਾਂ ਨੂੰ ਆਪਣੀ ਧਾਰਨ ਕਰਨ ਵਾਲੀ ਆਕਰਸ਼ਣ ਸ਼ਕਤੀ ਨਾਲ ਰੋਕਿਆ ਹੋਇਆ ਹੈ। ਜਿਵੇਂ ਪੂਰਨ ਪਰਮਾਤਮਾ ਕਬੀਰ ਪਰਮੇਸ਼ਵਰ ਯਾਨੀ ਕਬੀਰਦੇਵ ਨੇ ਆਪਣੇ ਨਿੱਜੀ ਸੇਵਕ ਅਰਥਾਤ ਸਖਾ ਸ੍ਰੀ ਧਰਮਦਾਸ ਜੀ, ਆਦਰਣੀਏ ਗਰੀਬਦਾਸ ਜੀ ਆਦਿ ਨੂੰ ਆਪਣੇ ਦੁਆਰਾ ਰਚੀ ਸ੍ਰਿਸ਼ਟੀ ਦਾ ਗਿਆਨ ਸਵੈਮ ਹੀ ਦੱਸਿਆ। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 278। उपरोक्त वेद मंत्र भी ए समर्थन कर रहा है। अथर्ववेद कांड नंबर 4 अनुवाक नंबर 1 मंत्र नंबर 4 सह हेत दिवह सह पर्थव्या ऋतस्था मही कशेमम रोदसी असकपायत महान मही असकपायद वे जातो ता सदम पाथरिवम चा रजह संधिच्छेद सह हे दिव सह पर्थव्या ऋतस्था मही शेमम रोदसी अकशपायत महान मही असकपायद विजात ताम सदम पाथरिवम चारजह। अनुवाद सह यानी उस ही सर्वशक्तिमान ने हे यानी बेशक दिवह यानी ऊपर दे चारों दिव लोकां जिवे सतलोक, अलख लोक, अगम लोक ਅਤੇ ਅਨਾਮੀ ਅਰਥਾਤ ਅਕਹਿ ਲੋਕ ਅਰਥਾਤ ਦਿਪੈ ਗੁਣਾ ਯੁਕਤ ਲੋਕਾਂ ਨੂੰ ਰਿਤਸਥਾ ਯਾਨੀ ਸਤ ਸਥਿਰ ਅਰਥਾਤ ਅਜਰ ਅਮਰ ਰੂਪ ਵਿੱਚ ਸਥਿਰ ਕੀਤੇ। ਸਹ ਯਾਨੀ ਉਹਨਾਂ ਦੇ ਸਮਾਨ, ਪਰਥਵਿਆ ਯਾਨੀ ਨੀਚੇ ਦੇ ਸਰਵ ਲੋਕ ਜਿਵੇਂ ਪਰਬ੍ਰਹਮ ਦੇ 7 ਸ਼ੰਖ ਅਤੇ ਬ੍ਰਹਮ ਕਾਲ ਦੇ 21 ਬ੍ਰਹਿਮੰਡ, ਮਹੀ ਯਾਨੀ ਪ੍ਰਿਥਵੀ ਤੱਤਵ ਤੋਂ, ਕਸ਼ੇਮਮ ਯਾਨੀ ਸੁਰੱਖਿਆ ਦੇ ਨਾਲ, ਅਸਕਪਾਇਤ ਯਾਨੀ ਠਹਿਰਾਇਆ, ਰੋਦਸੀ ਯਾਨੀ ਆਕਾਸ਼ ਤੱਤਵ ਅਤੇ ਪ੍ਰਿਥਵੀ ਤੱਤਵ ਦੋਨਾਂ ਤੋਂ ਉੱਪਰ ਨੀਚੇ ਦੇ ਬ੍ਰਹਿਮੰਡਾਂ ਨੂੰ ਉਸੇ ਜਿਵੇਂ ਆਕਾਸ਼ ਇੱਕ ਸੂਖਸ਼ਮ ਤੱਤ ਹੈ, ਆਕਾਸ਼ ਦਾ ਗੁਣ ਸ਼ਬਦ ਹੈ। ਪੂਰਨ ਪਰਮਾਤਮਾ ਨੇ ਉੱਪਰ ਦੇ ਲੋਕ ਸ਼ਬਦ ਰੂਪ ਵਿੱਚ ਰਚੇ ਜੋ ਤੇਜ ਪੁੰਜ ਦੇ ਬਣਾਏ ਹਨ ਅਤੇ ਨੀਚੇ ਦੇ ਪਰਬ੍ਰਹਮ ਅਕਸ਼ਰ ਪੁਰਸ਼ ਯਾਨੀ ਦੇ ਸਪਤ ਸ਼ੰਖ ਬ੍ਰਹਿਮੰਡ ਅਤੇ ਬ੍ਰਹਮ ਛਰ ਪੁਰਸ਼ ਦੇ 21 ਬ੍ਰਹਿਮੰਡਾਂ ਨੂੰ ਪ੍ਰਿਥਵੀ ਤੱਤਵ ਤੋਂ ਅਸਥਾਈ ਰਚਿਆ। ਮਹਾਨ ਯਾਨੀ ਪੂਰਨ ਪਰਮਾਤਮਾ ਨੇ ਪਾਥਰਿਵਮ ਯਾਨੀ ਪ੍ਰਿਥਵੀ ਵਾਲੇ, ਵੇ ਯਾਨੀ ਪਿੰਨ ਪਿੰਨ, ਤਾਮ ਯਾਨੀ ਲੋਕ, ਚਾ ਯਾਨੀ ਹੋਰ, ਸਦਮ ਯਾਨੀ ਆਵਾਸ ਸਥਾਨ, ਮਹੀ ਯਾਨੀ ਪ੍ਰਿਥਵੀ ਤੱਤਵ ਤੋਂ, ਰਜਹ ਯਾਨੀ ਪ੍ਰਤੇਕ ਬ੍ਰਹਿਮੰਡ ਵਿੱਚ ਛੋਟੇ ਛੋਟੇ ਲੋਕਾਂ ਦੀ, ਜਾਤਹ ਯਾਨੀ ਉਸ ਹੀ ਪਰਮਾਤਮਾ ਨੇ ਰਚਨਾ ਕੀਤੀ ਅਤੇ ਅਸਕਪਾਇਤ ਯਾਨੀ ਸਥਿਰ ਕੀਤਾ। ਭਾਵ ਅਰਥ ਉੱਪਰ ਦੇ ਚਾਰੋਂ ਲੋਕ ਸਤਲੋਕ, ਅਲਖ ਲੋਕ, ਅਗਮ ਲੋਕ, ਅਨਾਮੀ ਲੋਕ ਇਹ ਤਾਂ ਅਜਰ ਅਮਰ ਸਥਾਈ ਅਰਥਾਤ ਅਵਿਨਾਸ਼ੀ ਰਚੇ ਹਨ ਅਤੇ ਨੀਚੇ ਦੇ ਬ੍ਰਹਮ ਅਤੇ ਪਰਬ੍ਰਹਮ ਦੇ ਲੋਕਾਂ ਨੂੰ ਅਸਥਾਈ ਰਚਨਾ ਕਰਕੇ ਅਤੇ ਹੋਰ ਛੋਟੇ ਛੋਟੇ ਲੋਕ ਵੀ ਉਸ ਹੀ ਪਰਮੇਸ਼ਵਰ ਨੇ ਰਚ ਕੇ ਸਥਾਈ ਕੀਤੇ। ਅਥਰਵਵੇਦ ਕਾਂਡ ਨੰਬਰ 4 ਅਨੁਵਾਕ ਨੰਬਰ 1 ਮੰਤਰ ਨੰਬਰ 5 सह बुतन्यादाशटर जनुष्य पैग्रम बृहस्पतिर देवता तसय सम्राट अहयर्च छुकरम जयोतिषो जनिष्टात कुमंतो वे वसंतो विपरा। संधिच्छेद सह बुतन्यात आष्टर जनुषेह अबे अग्रम बृहस्पतिः देवता तसय सम्राट अहयात शुकरम जयोतिष जनिषट अथ कुमंत वे वसंतु विपरा। अनुवाद सह यानी उस ही, बुतन्यात यानी मूल मालिक तो, अभ्यग्रम यानी सर्वप्रथम वाले सतलोक स्थान उत्ते, आष्ट यानी अष्टंगी माया दुर्गा अर्थात प्रकृति देवी, जनुषेह यानी उत्पन्न हुई क्योंकि नीचे दे परब्रह्म ਅਤੇ ਬ੍ਰਹਮ ਲੋਕਾਂ ਦਾ ਪ੍ਰਥਮ ਸਥਾਨ ਸਤਲੋਕ ਹੈ। ਇਹ ਤੀਸਰਾ ਧਾਮ ਵੀ ਕਹਿਲਾਉਂਦਾ ਹੈ। ਤਸਯ ਯਾਨੀ ਇਸ ਦੁਰਗਾ ਦਾ ਵੀ ਮਾਲਿਕ ਇਹ, ਸਮਰਾਟ ਯਾਨੀ ਰਾਜਾਦਿਰਾਜ, ਬ੍ਰਹਸਪਤਿ ਯਾਨੀ ਸਭ ਤੋਂ ਵੱਡਾ ਪਤੀ ਅਤੇ ਜਗਤ ਗੁਰੂ ਦੇਵਤਾ ਯਾਨੀ ਪਰਮੇਸ਼ਵਰ ਹੈ। ਯਤ ਯਾਨੀ ਜਿਸ ਤੋਂ ਅਹ ਯਾਨੀ ਸਭ ਦਾ ਵਿਯੋਗ ਹੋਇਆ। ਅਥ ਯਾਨੀ ਇਸ ਦੇ ਬਾਅਦ ਜਯੋਤਿਸ਼ ਯਾਨੀ ਜਯੋਤੀ ਰੂਪ ਨਿਰੰਜਨ ਅਰਥਾਤ ਕਾਲ ਦੇ, ਸ਼ੁਕਰਮ ਯਾਨੀ ਵੀਰਜ ਅਰਥਾਤ ਬੀਜ ਸ਼ਕਤੀ ਨਾਲ, ਜਨਿਸ਼ਟ ਯਾਨੀ ਦੁਰਗਾ ਦੇ ਉਦਰ ਤੋਂ ਉਤਪੰਨ ਹੋ ਕੇ, ਵਿਪਰਾ ਯਾਨੀ ਭਗਤ ਆਤਮਾਵਾ, ਵੇ ਯਾਨੀ ਅਲੱਗ ਤੋਂ, ਕੁਮੰਤਹ ਯਾਨੀ ਮਨੁੱਖ ਲੋਕ ਅਤੇ ਸਵਰਗ ਲੋਕ ਵਿੱਚ ਜੋਤੀ ਨਿਰੰਜਨ ਦੇ ਆਦੇਸ਼ ਨਾਲ ਦੁਰਗਾ ਨੇ ਕਿਹਾ ਵਸੰਤੂ ਯਾਨੀ ਨਿਵਾਸ ਕਰੋ ਅਰਥਾਤ